ਐਡਵਾਂਟੇਜਿਸ ਵੀ ਹੋ ਗਈਆਂ, ਡਿਸਐਡਵਾਂਟੇਜਿਸ ਵੀ ਹੋ ਗਈਆਂ। ਤਾਂ ਫਿਰ ਜਿਹੜਾ ਸੈਲਫ ਇੰਪਲੋਇਡ ਪਰਸਨ ਹੈ, ਜਦੋਂ ਹੁਣ ਜਿਵੇਂ ਮੈਂ ਵੀ ਮੰਨ ਲਓ ਅੱਜ ਸੁਪਨਾ ਲੈ ਰਿਹਾ ਕਿ ਮੈਂ ਵੀ ਸੈਲਫ ਇੰਪਲੋਇਮੈਂਟ ਵੱਲ ਨੂੰ ਜਾਵਾਂ, ਮੈਂ ਆਪਣਾ ਕੁਛ ਨਾ ਕੁਛ ਕਰਾਂ। ਇੱਕ ਸਮਾਂ ਆਉਂਦਾ ਹਰ ਕਿਸੇ ਦੀ ਜ਼ਿੰਦਗੀ ਦੇ ਵਿੱਚ ਵੀ ਉਹ ਜੋਬ ਕਰਦਾ ਫਿਰ ਉਹਨੂੰ ਕਿਸੇ ਵੇਲੇ ਖਿਆਲ ਆਉਂਦਾ ਕਿ ਮੈਂ ਆਪਣਾ ਕੁਛ ਕਰਾਂ ਜੀ। ਬਿਫੋਰ ਉਹ ਸੈਲਫ ਇੰਪਲੋਇਡ ਹੋਵੇ ਉਦੋਂ ਪਹਿਲਾਂ ਜਿਹੜੀ ਤਿਆਰੀ ਕਰਨੀ ਚਾਹੀਦੀ ਆ, ਕਿਉਂ ਅਸੀਂ ਸੋਚਦੇ ਕੀ ਹਾਂ, ਮੈਂ ਦੁਕਾਨ ਕਿੱਥੇ ਖੋਲ੍ਹਣੀ ਹੈ, ਬਿਲਕੁਲ ਜੀ, ਮੈਂ ਆਪਣੀ ਜੇ ਕੰਪਨੀ ਖੋਲ੍ਹਣੀ ਆ ਤਾਂ ਉਹ ਕੰਪਨੀ ਦਾ ਨਾਮ ਕੀ ਰੱਖਣਾ ਹੈ, ਉਹ ਕੰਪਨੀ ਦਾ ਬੈਂਕ ਖਾਤਾ ਕਿੱਥੇ ਖੁਲਾਉਣਾ ਹੈ, ਮੇਰਾ ਟੇਬਲ ਕਿੱਦਾਂ ਦਾ ਹੋਊ, ਮੇਰੀ ਕੁਰਸੀ ਕਿੱਦਾਂ ਦੀ ਹੋਊ, ਹੈ ਨਾ ਜੀ, ਮੈਂ ਬੋਰਡ ਕਿਸ ਤਰ੍ਹਾਂ ਦਾ ਡਿਜ਼ਾਈਨ ਕਰਨਾ ਹੈ ਜੀ। ਅੱਛਾ, ਇਹਨਾਂ ਤੋਂ ਬਿਨਾਂ ਫਾਈਨੈਂਸ਼ੀਅਲ ਐਡਵਾਈਜ਼ਰ ਦੇ ਤੌਰ 'ਤੇ ਜਾਂ ਕਹਿ ਲਈਏ ਆਪਾਂ ਤੁਹਾਡੇ ਜਿਵੇਂ ਤੁਸੀਂ ਇੰਸ਼ੋਰੈਂਸ ਐਡਵਾਈਜ਼ਰ ਹੋ ਜੀ, ਇਹ ਤੁਹਾਡੇ ਵਾਲੇ ਪਾਸਿਓਂ ਕਿਸ ਤਰ੍ਹਾਂ ਦੀ ਤਿਆਰੀ ਹੋਣੀ ਚਾਹੀਦੀ ਹੈ? ਜਤਿੰਦਰ ਜੀ, ਜਦੋਂ ਆਪਾਂ ਸੈਲਫ ਇੰਪਲੋਇਡ ਪ੍ਰੋਫੈਸ਼ਨ ਦੀ ਗੱਲ ਕਰਦੇ ਹਾਂ, ਜਿੱਦਾਂ ਆਪਾਂ ਪਹਿਲਾਂ ਹੀ ਡਿਸਕਸ ਕੀਤਾ ਵੀ ਆਪਣੇ ਕੋਲ ਗੌਰਮੈਂਟ ਤੋਂ ਸਪੋਰਟ ਘੱਟ ਜਾਂਦੀ ਆ ਜੀ। ਸੋ ਜਦੋਂ ਵੀ ਕਿਸੇ ਵੀ ਭੈਣ ਭਰਾ ਨੇ ਸੈਲਫ ਇੰਪਲੋਇਡ ਪ੍ਰੋਫੈਸ਼ਨ ਦੇ ਵਿੱਚ ਜਾਣਾ, ਐਟਲੀਸਟ ਉਹਦੇ ਕੋਲ ਘੱਟੋ ਘੱਟ 6 ਮੰਥ ਦੀ ਸੇਵਿੰਗ ਹੋਵੇ ਐਮਰਜੈਂਸੀ ਫੰਡਿੰਗ ਦੇ ਲਈ। ਕੱਲ੍ਹ ਨੂੰ ਜਦੋਂ ਬਿਜ਼ਨਸ ਦੇ ਵਿੱਚ ਗਿਆ, ਕਿਸੇ ਵੀ ਤਰ੍ਹਾਂ ਦਾ ਸਾਨੂੰ ਲਾਸ ਦਾ ਸਾਹਮਣਾ ਕਰਨਾ ਪੈ ਸਕਦਾ, ਹੋ ਸਕਦਾ ਉਹਨੂੰ ਪਿਕਅਪ ਹੋਣ ਨੂੰ ਟਾਈਮ ਲੱਗੇ, ਜਾਂ ਕਿਸੇ ਅਗੇਨ ਕੋਈ ਇੱਦਾਂ ਦੀ ਕੋਈ ਪ੍ਰੋਬਲਮ ਆ ਗਈ, ਮੈਡੀਕਲ ਪ੍ਰੋਬਲਮ ਆ ਗਈ ਕਿ ਮੇਰੇ ਕੰਮ 'ਤੇ ਇਫੈਕਟ ਪੈ ਗਿਆ। ਐਟਲੀਸਟ ਮੈਂ ਉਸ ਟਾਈਮ ਨੂੰ ਮੈਨੇਜ ਕਰ ਸਕਾਂ, ਉਸ ਟਾਈਮ ਦੇ ਵਿੱਚ ਮੇਰੇ ਕੋਲ ਫੰਡਸ ਅਵੇਲੇਬਲ ਹੋਣ। ਜੀ ਦੋਸਤੋ, ਅਸੀਂ ਕੈਨੇਡਾ ਦੇ ਵਿੱਚ ਜਦੋਂ ਆਉਂਦੇ ਹਾਂ ਤਾਂ ਸਭ ਤੋਂ ਪਹਿਲਾਂ ਜਿਹੜਾ ਸਾਨੂੰ ਸਲਾਹ ਦਿੱਤੀ ਜਾਂਦੀ ਹੈ, ਜਾਂ ਜਿਹਨੂੰ ਕਹਿ ਲਓ ਹਰ ਕਿਸੇ ਦਾ ਇੱਕ ਸੁਪਨਾ ਬਣਦਾ ਥੋੜ੍ਹੇ ਐਕਸਪੀਰੀਅੰਸ ਤੋਂ ਬਾਅਦ, ਜੋ ਮੇਰਾ ਵੀ ਹੈਗਾ, ਉਹ ਹੁੰਦਾ ਜੀ ਸੈਲਫ ਇੰਪਲੋਇਡ ਹੋਣ ਦਾ। ਕੈਨੇਡਾ ਦੇ ਵਿੱਚ ਆਉਣ ਦਾ ਕਹਿੰਦੇ ਅਸਲੀ ਸਵਾਦ ਜਿਹੜਾ ਹੈਗਾ, ਅਸਲੀ ਮਜ਼ਾ ਉਦੋਂ ਹੀ ਆਉਂਦਾ ਜਦੋਂ ਤੁਸੀਂ ਸੈਲਫ ਇੰਪਲੋਇਡ ਹੋ ਜਾਂਦੇ ਹੋ। ਨੋ ਡਾਊਟ ਬਹੁਤ ਸਾਰੀਆਂ ਨੌਕਰੀਆਂ, ਬਹੁਤ ਸਾਰੀਆਂ ਜੋਬਸ ਇਸ ਤਰ੍ਹਾਂ ਦੀਆਂ ਜਿਹੜੀਆਂ ਬੜੇ ਵਧੀਆ ਰਿਜ਼ਲਟਸ, ਬੜੇ ਵਧੀਆ ਤੁਹਾਨੂੰ ਪੇ ਚੈਕਸ ਜਿਹੜੇ ਹੈਗੇ ਆ ਪ੍ਰੋਵਾਈਡ ਕਰਦੀਆਂ, ਪਰ ਸੈਲਫ ਇੰਪਲੋਇਡ ਹੋਣਾ ਬਹੁਤ ਸਾਰੇ ਲੋਕ ਜਿਹੜੇ ਕੈਨੇਡਾ ਦੇ ਵਿੱਚ ਉਹ ਪਸੰਦ ਵੀ ਕਰਦੇ ਆ ਅਤੇ ਉਸ ਚੀਜ਼ ਦੇ ਵਿੱਚ ਕਾਮਯਾਬ ਵੀ ਹੁੰਦੇ ਆ। ਅਸੀਂ ਜਾਣਦੇ ਹਾਂ, ਸਾਡੇ ਕੋਲ ਅਨੇਕਾਂ ਇਹੋ ਜਿਹੀਆਂ ਐਗਜ਼ਾਮਪਲਾਂ ਜਿਨ੍ਹਾਂ ਲੋਕਾਂ ਨੇ ਜ਼ੀਰੋ ਤੋਂ ਸ਼ੁਰੂ ਕੀਤਾ ਪਰ ਫਿਰ ਉਹਨਾਂ ਨੇ ਅੰਪਾਇਰ ਖੜ੍ਹੇ ਕਰ ਦਿੱਤੇ। ਸੈਲਫ ਇੰਪਲੋਇਡ ਹੋਣਾ ਬਲੈਸਿੰਗ ਹੈ, ਪਰ ਜੇ ਅਸੀਂ ਸਹੀ ਤਰੀਕੇ ਨਾਲ ਉਹਨੂੰ ਪਲਾਨ ਕੀਤਾ ਹੋਵੇ। ਅਸੀਂ ਸੈਲਫ ਇੰਪਲੋਇਡ ਹੁੰਦੇ ਹਾਂ, 20-20, 30-30, 25-25 ਸਾਲ ਉਹਦੇ ਵਿੱਚ ਕੰਮ ਕਰਦੇ ਜਾਂਦੇ ਹਾਂ, ਪਰ ਫਿਰ ਇੱਕ ਸਮਾਂ ਕੋਈ ਇਹੋ ਜਿਹਾ ਬਹੁਤ ਸਾਰੇ ਕੇਸਿਸ ਦੇ ਵਿੱਚ ਆਉਂਦਾ ਜਦੋਂ ਸਾਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ। ਕੁਛ ਇਹੋ ਜਿਹੇ ਈਵੈਂਟਸ ਸਾਡੀ ਜ਼ਿੰਦਗੀ ਦੇ ਵਿੱਚ ਹੋ ਜਾਂਦੇ ਆ ਕਿ ਸਾਨੂੰ ਫਿਰ ਉਹ ਸੈਲਫ ਇੰਪਲੋਇਮੈਂਟ ਨੂੰ ਸਾਂਭਣਾ, ਉਹਨੂੰ ਅੱਗੇ ਲੈ ਕੇ ਜਾਣਾ ਮੁਸ਼ਕਿਲ ਹੋ ਜਾਂਦਾ। ਕਈ ਵਾਰ ਉਹ ਤੁਹਾਡਾ ਜਿਹੜਾ ਬਿਜ਼ਨਸ ਹੁੰਦਾ, ਉਹ ਬਿਜ਼ਨਸ ਵੀ ਹੱਥੋਂ ਜਾਂਦਾ ਲੱਗਦਾ। ਕਾਰਨ ਕੀ ਹੁੰਦਾ? ਅਸੀਂ ਉਹਦੀ ਪਲੈਨਿੰਗ ਸਹੀ ਤਰੀਕੇ ਨਾਲ ਨਹੀਂ ਕੀਤੀ ਹੁੰਦੀ। ਪਲੈਨਿੰਗ ਨੂੰ ਲੈ ਕੇ ਅੱਜ ਆਪਣੇ ਨਾਲ ਗੱਲਬਾਤ ਕਰਨ ਲਈ ਸਟੂਡੀਓ ਦੇ ਵਿੱਚ ਅਸੀਂ ਸੱਦਾ ਦਿੱਤਾ ਹੈ ਜੀ ਲਖਵੀਰ ਢੱਟ ਹੋਣਾ ਨੂੰ। ਆਓ ਪਹਿਲਾਂ ਤਾਂ ਉਹਨਾਂ ਨੂੰ ਆਪਾਂ ਸ਼ੋਅ ਦੇ ਵਿੱਚ ਸ਼ਾਮਿਲ ਕਰੀਏ ਅਤੇ ਫਿਰ ਆਪਾਂ ਅੱਜ ਦੀ ਗੱਲਬਾਤ ਨੂੰ ਅੱਗੇ ਵਧਾਉਂਦੇ ਹਾਂ। ਲਖਵੀਰ ਜੀ, ਬਹੁਤ ਬਹੁਤ ਸਵਾਗਤ ਤੁਹਾਡਾ। ਥੈਂਕ ਯੂ ਜਤਿੰਦਰ ਜੀ। ਪਹਿਲਾਂ ਤਾਂ ਤੁਹਾਨੂੰ ਐਂਡ ਆਪਣੇ ਨਾਲ ਟਿਊਨ ਇਨ ਹੋਏ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਈਵਨਿੰਗ ਜੀ। ਜਿਵੇਂ ਤੁਸੀਂ ਜਾਣਦੇ ਹੋ ਜੀ, ਲਖਵੀਰ ਸਿੰਘ ਢੱਟ ਜਿਹੜੇ ਹੈਗੇ ਆ ਆਲ ਕਾਈਂਡ ਇੰਸ਼ੋਰੈਂਸ ਦੇ ਵਿੱਚੋਂ ਇੰਸ਼ੋਰੈਂਸ ਸਰਵਿਸਿਜ਼ ਜਿਹੜੀਆਂ ਪ੍ਰੋਵਾਈਡ ਕਰਦੇ ਆ। ਹਰ ਇੱਕ ਤਰ੍ਹਾਂ ਦੀਆਂ ਇੰਸ਼ੋਰੈਂਸ ਸਰਵਿਸਿਜ਼ ਦੇ ਵਿੱਚ ਇਹਨਾਂ ਦੀ ਮਹਾਰਤ ਹੈਗੀ ਹੈ ਜੀ। ਲਾਈਫ ਹੋਵੇ, ਕ੍ਰਿਟੀਕਲ ਇਲਨੈਸ ਹੋਵੇ, ਜੋ ਵੀ ਜਿਸ ਵੀ ਤਰੀਕੇ ਦੀਆਂ ਜਿਹੜੀਆਂ ਲਾਈਫ ਇੰਸ਼ੋਰੈਂਸ ਦੇ ਨਾਲ ਰਿਲੇਟਡ ਸਰਵਿਸਿਜ਼ ਹੈਗੀਆਂ ਉਹ ਇਹ ਪ੍ਰੋਵਾਈਡ ਕਰਦੇ ਨੇ। ਅੱਜ ਜਿਹੜੀ ਸਪੈਸੀਫਿਕਲੀ ਇਹ ਸਾਡੇ ਵਾਸਤੇ ਇਨਫੋਰਮੇਸ਼ਨ ਲੈ ਕੇ ਆਏ ਆ ਜੀ, ਉਹ ਸੈਲਫ ਇੰਪਲੋਇਡ ਲੋਕਾਂ ਦੇ ਲਈ ਲੈ ਕੇ ਆਏ ਆ ਜੀ। ਸੋ ਲਖਵੀਰ ਜੀ, ਪਹਿਲਾਂ ਤਾਂ ਮੈਂ ਇਹ ਜਾਣਨਾ ਚਾਹੂੰਗਾ ਕਿ ਤੁਹਾਡੀ ਇੰਸ਼ੋਰੈਂਸ ਦੀ ਭਾਸ਼ਾ ਦੇ ਵਿੱਚ ਤੁਸੀਂ ਸੈਲਫ ਇੰਪਲੋਇਡ ਮੰਨਦੇ ਕਿਹਨਾਂ ਨੂੰ ਹੋ? ਬਿਲਕੁਲ ਜਤਿੰਦਰ ਜੀ। ਸੋ ਤੁਸੀਂ ਗੱਲਬਾਤ ਕਰ ਰਹੇ ਸੀਗੇ ਵੀ ਇੱਕ ਸੈਲਫ ਇੰਪਲੋਇਡ ਹੋਣਾ ਇੱਕ ਬਲੈਸਿੰਗਸ ਆ ਜੀ। ਸੋ ਸੈਲਫ ਇੰਪਲੋਇਡ ਬਲੈਸਿੰਗਸ ਤਾਂ ਹੈਗੀਆਂ। ਸੋ ਮੇਨਲੀ ਆਪਾਂ ਇਹ ਦੇਖਣਾ ਵਾ ਵੀ ਜਦੋਂ ਅਸੀਂ ਆਪਦੇ ਆਪ ਬੌਸ ਹਾਂ, ਸੋ ਟਾਈਮ ਦੇ ਉੱਤੇ ਸਾਡਾ ਆਪਣਾ ਕੰਟਰੋਲ ਹੈਗਾ। ਸੋ ਆਪਾਂ ਕਾਰਪੋਰੇਸ਼ਨ ਦੇ ਉੱਪਰ ਕੰਮ ਕਰ ਰਹੇ ਹਾਂ, ਸੋ ਟੈਕਸ ਲਾਇਬਿਲਿਟੀ ਸਾਰਾ ਕੁਛ ਅਸੀਂ ਆਪ ਕੰਟਰੋਲ ਕਰਨਾ। ਸੋ ਉਸ ਅਗਰ ਅਸੀਂ ਕ੍ਰਾਈਟੀਰੀਆ ਦੇ ਵਿੱਚ ਕੰਮ ਕਰ ਰਹੇ ਹਾਂ, ਸੋ ਸੈਲਫ ਇੰਪਲੋਇਡ ਆਪਾਂ ਮੰਨਦੇ ਹਾਂ ਉਹਨੂੰ ਜੀ। ਸੋ ਮਤਲਬ ਜੇ ਸਾਰਾ ਕੁਛ ਜਿਹੜਾ ਹੈਗਾ ਅਸੀਂ ਖੁਦ ਮੈਨੇਜ ਕਰ ਪਾ ਰਹੇ ਹਾਂ ਤਾਂ ਹੀ ਅਸੀਂ ਸੈਲਫ ਇੰਪਲੋਇਡ ਹਾਂ ਜੀ। ਐਡਵਾਂਟੇਜਿਸ ਜਿਵੇਂ ਇੱਕ ਤਾਂ ਤੁਸੀਂ ਦੱਸ ਹੀ ਦਿੱਤੀ ਵੀ ਤੁਸੀਂ ਆਪਣਾ ਟਾਈਮ ਖੁਦ ਮੈਨੇਜ ਕਰ ਰਹੇ ਹੋ, ਤੁਸੀਂ ਆਪਣੇ ਫਾਈਨੈਂਸਿਸ, ਆਪਣੇ ਟੈਕਸਿਸ ਨੂੰ ਮੈਨੇਜ ਕਰ ਰਹੇ ਹੋ ਜੀ। ਇਹ ਤਾਂ ਉਹ ਆ ਜਿਹੜੇ ਪ੍ਰਤੱਖ ਜੇ ਸਾਨੂੰ ਦਿਖਦੇ ਆ। ਇਸ ਤੋਂ ਇਲਾਵਾ ਹੋਰ ਕਿਹੜੇ ਤੁਸੀਂ ਐਡਵਾਂਟੇਜਿਸ ਸੈਲਫ ਇੰਪਲੋਇਮੈਂਟ ਦੀਆਂ ਜਿਹੜੀਆਂ ਹੈਗੀਆਂ ਲਿਸਟ ਕਰੋਗੇ? ਸੋ ਸੈਲਫ ਇੰਪਲੋਇਡ ਪ੍ਰੋਫੈਸ਼ਨ ਦੇ ਵਿੱਚ ਡਿਪੈਂਡ ਕਰਦਾ ਆਪਾਂ ਕਿਹੜੇ ਪ੍ਰੋਫੈਸ਼ਨ ਦੇ ਵਿੱਚ ਆ ਜੀ। ਸੋ ਮੇਨਲੀ ਆਪਾਂ ਜੋਬ ਅਪਰਚੁਨਿਟੀਜ਼ ਵੀ ਕ੍ਰੀਏਟ ਕਰ ਸਕਦੇ ਹਾਂ। ਸੋ ਜੇ ਹੁਣ ਮੈਂ ਗੱਲ ਕਰਾਂ ਫੋਰ ਐਗਜ਼ਾਮਪਲ, ਕੋਈ ਵੀ ਭੈਣ ਭਰਾ ਸੈਲਫ ਇੰਪਲੋਇਡ ਕੰਮ ਕਰ ਰਿਹਾ, ਕਿਸੇ ਵੀ ਬਿਜ਼ਨਸ ਦੀ ਆਪਾਂ ਐਗਜ਼ਾਮਪਲ ਲੈ ਸਕਦੇ ਹਾਂ। ਹੁਣ ਆਪਾਂ ਐਗਜ਼ਾਮਪਲ ਲੈ ਲਈਏ ਇੰਡਸਟਰੀ ਦੀ। ਹੁਣ ਟਰਾਂਸਪੋਰਟੇਸ਼ਨ ਹੈ, ਸੈਲਫ ਇੰਪਲੋਇਡ ਹੈ, ਉਹ ਅੱਗੇ ਕਿੰਨੀਆਂ ਜੋਬ ਅਪਰਚੁਨਿਟੀਜ਼ ਉਹਨੇ ਓਪਨ ਕੀਤੀਆਂ ਨੇ। ਸੋ ਜਿਨ੍ਹਾਂ ਦੇ ਨਾਲ ਹਰ ਕੋਈ ਭੈਣ ਭਰਾ ਆਪਣਾ ਲਾਈਫ ਸਟਾਈਲ ਮੇਨਟੇਨ ਕਰ ਰਿਹਾ। ਸੋ ਔਨ ਦਾ ਅਦਰ ਹੈਂਡ ਜੇ ਆਪਾਂ ਗੱਲ ਕਰੀਏ ਇੰਪਲੋਇਡ ਦੀ, ਸੋ ਅਸੀਂ ਇੱਕ ਇੰਪਲੋਇਰ ਦੇ ਲਈ ਕੰਮ ਕਰ ਰਹੇ ਹਾਂ, ਬਟ ਉੱਥੇ ਸਾਡੀ ਰਿਸਪੋਂਸਿਬਿਲਿਟੀ ਘੱਟ ਜਾਂਦੀ ਆ ਥੋੜ੍ਹੀ ਜਿਹੀ। ਸੋ ਅਸੀਂ ਲਿਮਟਿਡ ਆਵਰ ਦੇ ਲਈ ਜੋਬ ਕਰਨੀ ਹੈ। ਬਟ ਜਦੋਂ ਸੈਲਫ ਇੰਪਲੋਇਡ ਹੈ,
ਸੋ 24/7 ਮੈਂ ਕਹੂੰਗਾ ਵੀ ਇੱਕ ਰਿਸਪੌਂਸਿਬਿਲਟੀ ਹੁੰਦੀ ਆ ਤੁਹਾਡੀ ਜੀ। ਤੇ ਜਿੰਨੀ ਤੁਸੀਂ ਮਤਲਬ ਉਹਦੇ ਵਿੱਚ ਤੁਹਾਡੇ ਤੇ ਰਿਸਪੌਂਸਿਬਿਲਟੀ ਹੁੰਦੀ ਆ ਓਨਾ ਹੀ ਤੁਸੀਂ ਉਹਦੇ ਵਿੱਚੋਂ ਫਿਰ ਫਰੂਟਸ ਵੀ ਤੁਹਾਨੂੰ ਮਿਲਦੇ ਆ। ਬਿਲਕੁਲ ਜੀ, ਬਿਲਕੁਲ। ਜੇ ਕਿਸੇ ਚੀਜ਼ ਦੀਆਂ ਐਡਵਾਂਟੇਜਸ ਹੋਣ ਤਾਂ ਫਿਰ ਉਹਦੀਆਂ ਡਿਸਐਡਵਾਂਟੇਜਸ ਵੀ ਜ਼ਰੂਰ ਹੁੰਦੀਆਂ। ਫੁੱਲਾਂ ਦੇ ਨਾਲ ਕੰਡੇ ਤਾਂ ਆਉਣੇ ਹੀ ਆਉਣੇ ਆ। ਬਿਲਕੁਲ ਜੀ, ਸੋ ਸੈਲਫ ਇੰਪਲੋਇਮੈਂਟ ਦੇ ਵਿੱਚ ਜੇ ਆਪਾਂ ਗੱਲ ਕਰੀਏ ਜੀ ਫਿਰ ਡਾਊਨ ਸਾਈਡ ਦੀ ਜੀ, ਉਹ ਕਿਹੜੀਆਂ? ਸੋ ਸੈਲਫ ਇੰਪਲੋਇਡ ਪ੍ਰੋਫੈਸ਼ਨ ਦੇ ਵਿੱਚ ਆਪਣੇ ਕੋਲ ਗਵਰਨਮੈਂਟ ਤੋਂ ਸਪੋਰਟ ਘੱਟ ਜਾਂਦੀ ਆ। ਹੁਣ ਜੇ ਆਪਾਂ ਗੱਲ ਕਰੀਏ ਫੋਰ ਐਗਜ਼ਾਮਪਲ ਕਿਸੇ ਰੀਜ਼ਨ ਦੇ ਕਰਕੇ ਕੋਈ ਇਲਨੈਸ ਜਾਂ ਕੋਈ ਇੰਜਰੀ ਹੁੰਦੀ ਆ, ਸੋ ਮੈਂ ਕੰਮ ਤੇ ਨਹੀਂ ਜਾ ਸਕਦਾ। ਸੋ ਜੇ ਆਪਾਂ ਇੰਪਲੋਏ ਹੋਈਏ ਤਾਂ ਆਪਾਂ ਇੰਪਲੋਇਮੈਂਟ ਇੰਸ਼ੋਰੈਂਸ ਨੂੰ ਕਲੇਮ ਕਰ ਸਕਦੇ ਹਾਂ। ਸੋ ਕੰਮ ਤੇ ਕੋਈ ਇੰਜਰੀ ਹੁੰਦੀ ਆ ਆਪਾਂ ਵਰਕਰ ਕੰਪਨਸੇਸ਼ਨ ਬੋਰਡ ਤੋਂ ਕਲੇਮ ਕਰ ਸਕਦੇ ਹਾਂ, ਜਿਹਦੇ ਨਾਲ ਕੀ ਆ ਵੀ ਮੈਂ ਆਪਣੇ ਜਿਹੜਾ ਲਾਈਫ ਸਟਾਈਲ ਹੈਗਾ ਉਹਨੂੰ ਮੇਨਟੇਨ ਰੱਖ ਸਕਦਾ। ਬਟ ਸੈਲਫ ਇੰਪਲੋਇਡ ਪ੍ਰੋਫੈਸ਼ਨ ਦੇ ਵਿੱਚ ਇਹ ਵਾਲੇ ਬੈਨੀਫਿਟ ਨਹੀਂ ਸਾਨੂੰ ਮਿਲਦੇ। ਕੋਈ ਵੀ ਪੇਡ ਵਕੇਸ਼ਨ ਨਹੀਂ ਹੈਗੀ, ਕੋਈ ਸਿਕ ਡੇ ਆਫ ਨਹੀਂ ਆਪਾਂ ਨੂੰ ਮਿਲਦਾ ਹੈਗਾ ਇਸ ਤਰ੍ਹਾਂ ਵੀ ਜਿਹੜਾ ਪੇਡ ਹੋਵੇ। ਸੋ ਇਹ ਵਾਲੇ ਦੇ ਡਿਸਐਡਵਾਂਟੇਜਸ ਆ ਜਾਂਦੇ ਆ। ਐਡਵਾਂਟੇਜਸ ਵੀ ਹੋ ਗਈਆਂ, ਡਿਸਐਡਵਾਂਟੇਜਸ ਵੀ ਹੋ ਗਈਆਂ। ਤਾਂ ਫਿਰ ਜਿਹੜਾ ਸੈਲਫ ਇੰਪਲੋਇਡ ਪਰਸਨ ਹੈ, ਜਦੋਂ ਜੇ ਹੁਣ ਜਿਵੇਂ ਮੈਂ ਵੀ ਮੰਨ ਲਓ ਅੱਜ ਸੁਪਨਾ ਲੈ ਰਿਹਾ ਕਿ ਮੈਂ ਵੀ ਸੈਲਫ ਇੰਪਲੋਇਮੈਂਟ ਵੱਲ ਨੂੰ ਜਾਵਾਂ, ਮੈਂ ਆਪਣਾ ਕੁਛ ਨਾ ਕੁਛ ਕਰਾਂ। ਇੱਕ ਸਮਾਂ ਆਉਂਦਾ ਹਰ ਕਿਸੇ ਦੀ ਜ਼ਿੰਦਗੀ ਦੇ ਵਿੱਚ ਵੀ ਉਹ ਜੋਬ ਕਰਦਾ ਫਿਰ ਉਹਨੂੰ ਕਿਸੇ ਵੇਲੇ ਖਿਆਲ ਆਉਂਦਾ ਕਿ ਮੈਂ ਆਪਣਾ ਕੁਛ ਕਰਾਂ ਜੀ। ਬਿਫੋਰ ਉਹ ਸੈਲਫ ਇੰਪਲੋਇਡ ਹੋਵੇ ਉਦੋਂ ਪਹਿਲਾਂ ਜਿਹੜੀ ਤਿਆਰੀ ਕਰਨੀ ਚਾਹੀਦੀ ਆ, ਕਿਉਂ ਅਸੀਂ ਸੋਚਦੇ ਕੀ ਆ ਮੈਂ ਦੁਕਾਨ ਕਿੱਥੇ ਖੋਲ੍ਹਣੀ ਹੈ, ਬਿਲਕੁਲ ਜੀ, ਮੈਂ ਆਪਣੀ ਜੇ ਕੰਪਨੀ ਖੋਲ੍ਹਣੀ ਆ ਤਾਂ ਉਹ ਕੰਪਨੀ ਦਾ ਨਾਮ ਕੀ ਰੱਖਣਾ ਹੈ, ਉਹ ਕੰਪਨੀ ਦਾ ਬੈਂਕ ਖਾਤਾ ਕਿੱਥੇ ਖੁਲਾਉਣਾ ਹੈ, ਮੇਰਾ ਟੇਬਲ ਕਿੱਦਾਂ ਦਾ ਹੋਊ, ਮੇਰੀ ਕੁਰਸੀ ਕਿੱਦਾਂ ਦੀ ਹੋਊ, ਹੈ ਨਾ, ਮੈਂ ਬੋਰਡ ਕਿਸ ਤਰ੍ਹਾਂ ਦਾ ਡਿਜ਼ਾਈਨ ਕਰਨਾ ਹੈ ਜੀ। ਅੱਛਾ, ਇਹਨਾਂ ਤੋਂ ਬਿਨਾਂ ਫਾਈਨੈਂਸ਼ੀਅਲ ਐਡਵਾਈਜ਼ਰ ਦੇ ਤੌਰ ਤੇ ਜਾਂ ਕਹਿ ਲਈਏ ਆਪਾਂ ਤੁਹਾਡੇ ਜਿਵੇਂ ਤੁਸੀਂ ਇੰਸ਼ੋਰੈਂਸ ਐਡਵਾਈਜ਼ਰ ਹੋ ਜੀ, ਇਹ ਤੁਹਾਡੇ ਵਾਲੇ ਪਾਸਿਓਂ ਕਿਸ ਤਰ੍ਹਾਂ ਦੀ ਤਿਆਰੀ ਹੋਣੀ ਚਾਹੀਦੀ ਹੈ? ਜਤਿੰਦਰ ਜੀ, ਜਦੋਂ ਆਪਾਂ ਸੈਲਫ ਇੰਪਲੋਇਡ ਪ੍ਰੋਫੈਸ਼ਨ ਦੀ ਗੱਲ ਕਰਦੇ ਹਾਂ, ਜਿੱਦਾਂ ਆਪਾਂ ਪਹਿਲਾਂ ਹੀ ਡਿਸਕਸ ਕੀਤਾ ਵੀ ਆਪਣੇ ਕੋਲ ਗਵਰਨਮੈਂਟ ਤੋਂ ਸਪੋਰਟ ਘੱਟ ਜਾਂਦੀ ਆ। ਸੋ ਜਦੋਂ ਵੀ ਕਿਸੇ ਵੀ ਭੈਣ ਭਰਾ ਨੇ ਸੈਲਫ ਇੰਪਲੋਇਡ ਪ੍ਰੋਫੈਸ਼ਨ ਦੇ ਵਿੱਚ ਜਾਣਾ, ਐਟਲੀਸਟ ਉਹਦੇ ਕੋਲੇ ਘੱਟੋ ਘੱਟ 6 ਮੰਥ ਦੀ ਸੇਵਿੰਗ ਹੋਵੇ ਐਮਰਜੈਂਸੀ ਫੰਡਿੰਗ ਦੇ ਲਈ। ਕੱਲ੍ਹ ਨੂੰ ਜਦੋਂ ਬਿਜ਼ਨਸ ਦੇ ਵਿੱਚ ਗਿਆ, ਕਿਸੇ ਵੀ ਤਰ੍ਹਾਂ ਦਾ ਸਾਨੂੰ ਲਾਸ ਦਾ ਸਾਹਮਣਾ ਕਰਨਾ ਪੈ ਸਕਦਾ। ਹੋ ਸਕਦਾ ਉਹਨੂੰ ਪਿਕਅਪ ਹੋਣ ਨੂੰ ਟਾਈਮ ਲੱਗੇ, ਜਾਂ ਕਿਸੇ ਅਗੇਨ ਕੋਈ ਇੱਦਾਂ ਦੀ ਕੋਈ ਪ੍ਰੋਬਲਮ ਆ ਗਈ, ਮੈਡੀਕਲ ਪ੍ਰੋਬਲਮ ਆ ਗਈ ਕਿ ਮੇਰੇ ਕੰਮ 'ਤੇ ਇਫੈਕਟ ਪੈ ਗਿਆ। ਐਟਲੀਸਟ ਮੈਂ ਉਸ ਟਾਈਮ ਨੂੰ ਮੈਨੇਜ ਕਰ ਸਕਾਂ, ਉਸ ਟਾਈਮ ਦੇ ਵਿੱਚ ਮੇਰੇ ਕੋਲੇ ਫੰਡਸ ਅਵੇਲੇਬਲ ਹੋਣ। ਹੁਣ ਆਪਾਂ ਐਗਜ਼ਾਮਪਲ ਲਈਏ, ਮੰਨ ਲਓ ਕਿਸੇ ਟਰੱਕਿੰਗ ਇੰਡਸਟਰੀ ਦੀ ਗੱਲ ਕਰਦੇ ਹਾਂ। ਸੋ ਸੈਲਫ ਇੰਪਲੋਇਡ ਆਪਾਂ ਕਾਰਪੋਰੇਸ਼ਨ 'ਤੇ ਕੰਮ ਸਟਾਰਟ ਕੀਤਾ, ਕੱਲ੍ਹ ਨੂੰ ਕੋਈ ਹਵੀ ਨਵੀ ਹੁੰਦੀ ਆ ਤਾਂ ਓਬਵੀਅਸਲੀ ਜਿਹੜਾ ਪੇ ਚੈੱਕ ਆਉਣਾ ਸੀਗਾ ਉਹਦੇ 'ਤੇ ਸਟਾਪ ਲੱਗ ਗਿਆ। ਸੋ ਪੇ ਚੈੱਕ 'ਤੇ ਜਦੋਂ ਸਟਾਪ ਲੱਗਣਾ ਵਾ, ਸਭ ਤੋਂ ਵੱਡਾ ਇਫੈਕਟ ਕਿਹਦੇ 'ਤੇ ਪੈਣਾ ਵਾ? ਜੇ ਮੈਂ ਘਰ ਦੀ ਮੌਰਗੇਜ ਦੇ ਰਿਹਾ, ਚਾਹੇ ਜੇ ਮੈਂ ਰੈਂਟ ਦੇ ਰਿਹਾ ਵਾ, ਜਾਂ ਘਰੇ ਗਰੋਸਰੀ ਆ ਰਹੀ ਆ, ਬੱਚੇ ਛੋਟੇ ਆ, ਉਹਨਾਂ ਦੀ ਐਜੂਕੇਸ਼ਨ ਤੇ ਇਫੈਕਟ ਪੈਣਾ, ਜਾਂ ਹੋਰ ਵੀ ਆਪਣੇ ਡੇਲੀ ਲਿਵਿੰਗ ਦੇ ਐਕਸਪੈਂਸਿਸ ਹੁੰਦੇ ਆ, ਸਾਰਿਆਂ ਤੇ ਬਹੁਤ ਵੱਡਾ ਇਫੈਕਟ ਪੈ ਜਾਣਾ। ਸੋ ਅਗਰ ਮੇਰੇ ਕੋਲੇ ਐਮਰਜੈਂਸੀ ਫੰਡਿੰਗ ਹੋਊਗੀ ਤਾਂ ਮੈਂ ਉਸ ਟਾਈਮ ਨੂੰ ਮੇਨਟੇਨ ਕਰ ਸਕਦਾ ਵਾਂ। ਬਟ ਹੁੰਦਾ ਕੀ ਹੈ ਕਿ ਆਪਾਂ ਕਈ ਵਾਰੀ ਇੰਨਾ ਕੁ ਬਿਜ਼ੀ ਹੋ ਜਾਂਦੇ ਆ, ਉੱਧਰ ਸਾਡਾ ਧਿਆਨ ਘੱਟ ਜਾਂਦਾ, ਅਸੀਂ ਕਮਾਉਣ ਵੱਲ ਲੱਗ ਜਾਂਦੇ ਹਾਂ, ਕਮਾਉਣ ਵੱਲ ਸਾਡਾ ਧਿਆਨ ਹੋ ਜਾਂਦਾ, ਲੇਕਿਨ ਅਸੀਂ ਉਸ ਚੀਜ਼ ਨੂੰ ਐਂਟੀਸਪੇਟ ਹੀ ਨਹੀਂ ਕਰ ਪਾਉਂਦੇ ਜਿਹੜੀ ਸਾਡੇ ਨਾਲ ਹੋ ਸਕਦੀ ਹੈ। ਬਿਲਕੁਲ ਜੀ। ਜਿਹੜੀ ਤੁਸੀਂ ਫੰਡਿੰਗ ਦੀ ਗੱਲ ਕੀਤੀ ਹੈ, ਜਿਹੜੀ ਆਪਣੇ ਮਾੜੇ ਟਾਈਮ ਵਾਸਤੇ ਜਿਹੜੀ ਹੈ ਨਾ, ਰੇਨੀ ਸੀਜ਼ਨ ਵਾਸਤੇ ਆਪਾਂ ਕਹਿ ਦਿੰਦੇ ਹਾਂ, ਇਹ ਫੰਡਿੰਗ ਫਿਰ ਅਸੀਂ ਆਪ ਕੋਲੇ ਆਪਣੇ ਪੈਸੇ ਸਾਂਭ ਕੇ ਰੱਖਣੇ ਚਾਹੀਦੇ ਆ, ਸਾਨੂੰ ਸੇਵਿੰਗ 'ਚ ਰੱਖਣੇ ਚਾਹੀਦੇ ਆ, ਜਾਂ ਇਹਦੇ ਕੋਈ ਹੋਰ ਤਰੀਕੇ ਹੈਗੇ ਆ? ਇਹਦੇ ਬਹੁਤ ਤਰੀਕੇ ਨੇ ਜੀ। ਸੋ ਇਹ ਜਿਹੜੀ ਫੰਡਿੰਗ ਐਮਰਜੈਂਸੀ ਮੈਂ ਸੇਵ ਕਰਨ ਦੀ ਗੱਲ ਕੀਤੀ ਆ, ਅਸੀਂ ਇਹਨੂੰ ਵੀ ਪ੍ਰੋਟੈਕਟ ਕਰ ਸਕਦੇ ਹਾਂ। ਡਿਫਰੈਂਟ ਵੇਜ਼ ਹੁੰਦੇ ਆ ਇੰਸ਼ੋਰੈਂਸ ਦੇ ਵਿੱਚ, ਜਿਹਦੇ ਵਿੱਚ ਕਿ ਅਸੀਂ ਆਪਣੀ ਮੰਨ ਲਓ ਤੁਸੀਂ ਰਿਟਾਇਰਮੈਂਟ ਲਈ ਵੀ ਸੇਵਿੰਗ ਕੀਤੀ ਆ, ਚਾਹੇ ਤੁਸੀਂ ਬਿਜ਼ਨਸ ਲਈ ਕੋਈ ਸੇਵਿੰਗ ਕੀਤੀ ਆ ਐਮਰਜੈਂਸੀ ਫੰਡਿੰਗ ਦੇ ਲਈ, ਉਹਨੂੰ ਅਸੀਂ ਇੰਸ਼ੋਰੈਂਸ ਦੇ ਇਸ ਤਰ੍ਹਾਂ ਦੇ ਪਲਾਨਸ ਅਵੇਲੇਬਲ ਆ ਕਿ ਅਸੀਂ ਉਹਨਾਂ ਨੂੰ ਵੀ ਪ੍ਰੋਟੈਕਟ ਕਰ ਲੈਣਾ। ਸੋ ਕੱਲ੍ਹ ਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈ, ਐਟਲੀਸਟ ਸਾਡੀ ਸੇਵਿੰਗ ਸਾਡੇ ਕੋਲ ਐਜ਼ ਅ ਬੋਨਸ ਦੀ ਤਰ੍ਹਾਂ ਰਹੂਗੀ। ਇਸ ਤਰ੍ਹਾਂ ਆਪਾਂ ਪਲੈਨਿੰਗ ਕਰਕੇ ਚੱਲ ਸਕਦੇ ਹਾਂ। ਸੋ ਮਤਲਬ ਦੋਸਤੋ, ਸਿਰਫ ਇਹ ਨਹੀਂ ਹੁੰਦਾ ਕਿ ਅਸੀਂ ਆਪਣੇ ਜਿਹੜਾ ਹੈਗਾ ਲਾਈਫ ਇੰਸ਼ੋਰੈਂਸ ਨੂੰ ਹੀ ਅਸੀਂ ਜਿਹੜਾ ਹੈਗਾ ਇੱਕ ਮੰਨ ਕੇ ਚੱਲੀਏ ਵੀ ਇੰਸ਼ੋਰੈਂਸ ਹੁੰਦੀ ਹੈ ਵੀ ਅਸੀਂ ਆਪਣੀ ਲਾਈਫ ਨੂੰ ਹੀ ਇੰਸ਼ੋਰ ਕਰਨਾ। ਸਾਡੇ ਬਿਜ਼ਨਸ ਜਿਹੜੇ ਸਾਡੇ ਸੈਲਫ ਇੰਪਲੋਇਡ ਜਿਹਦੇ 'ਚ ਅਸੀਂ ਹੈਗੇ ਹਾਂ, ਹੁਣ ਬਿਜ਼ਨਸ ਤੁਹਾਡਾ ਟਰੱਕਿੰਗ ਦਾ ਵੀ ਹੋ ਸਕਦਾ, ਜੇ ਤੁਸੀਂ ਊਬਰ ਚਲਾਉਂਦੇ ਹੋ ਤਾਂ ਵੀ ਤੁਸੀਂ ਸੈਲਫ ਇੰਪਲੋਇਡ ਹੋ, ਤੁਹਾਡੀ ਕਾਰਪੋਰੇਸ਼ਨ ਹੁੰਦੀ ਹੈ। ਹੋ ਸਕਦਾ ਤੁਹਾਡਾ ਗਰੋਸਰੀ ਸਟੋਰ ਹੋਵੇ, ਤੁਹਾਡਾ ਕੋਈ ਫਿਊਲ ਪੰਪ ਹੋਵੇ, ਜਾਂ ਹੋਰ ਕੋਈ ਕਿਸੇ ਵੀ ਤਰ੍ਹਾਂ ਦਾ ਬਿਜ਼ਨਸ। ਹਰ ਇੱਕ ਤਰ੍ਹਾਂ ਦੇ ਬਿਜ਼ਨਸ ਦੇ ਵਿੱਚ ਲਖਵੀਰ ਜੀ ਹੁਣਾਂ ਦਾ ਕਹਿਣਾ ਹੈ ਕਿ ਉਸ ਬਿਜ਼ਨਸ ਦੇ ਵਿੱਚ ਔਖੇ ਸਮੇਂ ਵਾਸਤੇ ਇੰਸ਼ੋਰੈਂਸ ਪ੍ਰੋਡਕਟਸ ਅਵੇਲੇਬਲ ਨੇ। ਡਾਕਟਰ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਕਿ ਟਰੱਕਿੰਗ ਨੂੰ ਆਪਾਂ ਇੱਕ ਐਗਜ਼ਾਮਪਲ ਲੈ ਕੇ ਚੱਲੇ ਸੀਗੇ ਵੀ ਟਰੱਕ ਖੜ ਗਿਆ, ਬੰਦੇ ਦੇ ਕੋਈ ਸੱਟ ਲੱਗ ਗਈ, ਕੁਛ ਹੋ ਗਿਆ ਜੀ, ਉਸ ਤੋਂ ਬਾਅਦ ਜਿਹੜੇ ਖਰਚੇ ਆ ਉਹ ਤਾਂ ਨਹੀਂ ਰੁਕਦੇ? ਇਹਦੇ ਵਿੱਚ ਕੀ ਆ ਜਤਿੰਦਰ ਜੀ, ਹੁਣ ਦੇਖੋ ਆਪਾਂ ਕਾਰਪੋਰੇਸ਼ਨ 'ਤੇ ਕੰਮ ਕਰ ਰਹੇ ਹਾਂ, ਸੋ ਨਾ ਤਾਂ ਆਪਣੇ ਕੋਲ ਇੰਪਲੋਇਮੈਂਟ ਇੰਸ਼ੋਰੈਂਸ ਆ, ਨਾ WSIB ਦੀ ਕਵਰੇਜ ਆ। ਹੁਣ ਜਦੋਂ ਆਪਾਂ
ਇਹ ਜਿਹੜਾ ਰਿਸਕ ਹੈਗਾ ਇਨ ਕੇਸ ਆਫ ਇੰਜਰੀ ਔਰ ਇਲਨੈਸ, ਅਗਰ ਅਸੀਂ ਇੰਸ਼ੋਰੈਂਸ ਕੰਪਨੀ ਤੇ ਟ੍ਰਾਂਸਫਰ ਕੀਤਾ ਹੋਊਗਾ ਦੈਨ ਕੀ ਆ, ਇੰਸ਼ੋਰੈਂਸ ਕੰਪਨੀ ਨੇ ਮੈਨੂੰ ਲਮਸਮ ਦੀ ਬਜਾਏ ਮੰਥਲੀ ਪੇਮੈਂਟ ਕਰਨੀ ਆ। ਉਹਦੇ ਵਿੱਚ ਕੀ ਆ ਵੀ ਜਿਹੜਾ ਇੰਜਰੀ ਤੇ ਇਲਨੈਸ ਦਾ ਰਿਸਕ ਆ ਸਾਡਾ ਮੰਥਲੀ ਮੈਨੇਜ ਹੋ ਰਿਹਾ ਵਾ। ਹੁਣ ਕਿਸੇ ਇੰਜਰੀ ਦੇ ਕਰਕੇ ਪੇ ਚੈੱਕ ਸਟਾਪ ਹੋਇਆ, ਕੰਪਨੀ ਨੇ ਮੈਨੂੰ ਮੰਥਲੀ ਬੇਸਿਸ ਦੇ ਉੱਤੇ ਪੇਮੈਂਟ ਕਰੀ ਜਾਣੀ ਆ। ਅਗਰ ਕੋਈ ਇਲਨੈਸ ਵੀ ਹੁੰਦੀ ਆ, ਇਲਨੈਸ ਦੀ ਜਿਹੜੀ ਡੈਫੀਨੇਸ਼ਨ ਆ ਬਹੁਤ ਵਾਸਟ ਆ, ਉਹ ਕਿਸੇ ਵੀ ਤਰ੍ਹਾਂ ਦੀ ਇਲਨੈਸ ਹੋ ਸਕਦੀ ਆ। ਸੋ ਜਿੰਨਾ ਟਾਈਮ ਅਸੀਂ ਕੰਮ ਤੇ ਨਹੀਂ ਜਾਂਦੇ ਹੈਗੇ ਸਾਨੂੰ ਇੰਸ਼ੋਰੈਂਸ ਕੰਪਨੀ ਵੱਲੋਂ ਪੇਮੈਂਟ ਆਈ ਜਾਣੀ ਆ। ਸੋ ਜੇ ਆਪਾਂ ਹੁਣ ਗੱਲ ਕਰੀਏ ਟਰੱਕਿੰਗ ਇੰਡਸਟਰੀ ਦੇ ਵਿੱਚ ਬਹੁਤੇ ਭੈਣ ਭਰਾ ਹੋਣਗੇ ਜਿਨ੍ਹਾਂ ਨੇ ਟਰੱਕ ਲੀਜ਼ ਤੇ ਲਏ ਹੁੰਦੇ ਆ। ਸੋ ਅਗਰ ਕੱਲ ਨੂੰ ਕੋਈ ਵੀ ਇੰਜਰੀ ਔਰ ਕੋਈ ਇਲਨੈਸ ਹੁੰਦੀ ਆ, ਉਹ ਲੀਜ਼ ਅਸੀਂ ਕਿੱਦਾਂ ਪੇ ਆਫ ਕਰਨੀ ਆ? ਸੋ ਉਹ ਤਾਂ ਜਾਈ ਜਾਣੀ ਆ ਪੇਮੈਂਟ ਆ, ਹੁਣ ਘਰ ਦੇ ਖਰਚੇ ਵੀ ਚੱਲੀ ਜਾਣੇ ਆ। ਸੋ ਇਹੀ ਜਿਹੜਾ ਰਿਸਕ ਆ, ਮੈਂ ਆਪਣੀ ਥੋੜੀ ਜਿਹੜੀ ਇਨਕਮ ਦੇ ਵਿੱਚੋਂ ਅਸੀਂ ਇੰਸ਼ੋਰੈਂਸ ਕੰਪਨੀ ਦੇ ਵੱਲ ਪੇ ਆਊਟ ਕਰ ਰਹੇ ਆ, ਆਪਣੀ ਇਨਕਮ ਨੂੰ ਪ੍ਰੋਟੈਕਟ ਕਰ ਲਿਆ ਇੱਕ ਤਰ੍ਹਾਂ ਨਾਲ। ਸੋ ਐਟ ਲੀਸਟ ਉਹ ਵਾਲਾ ਟਾਈਮ ਦੇ ਵਿੱਚ ਮੈਂ ਆਪਣਾ ਜਿਹੜਾ ਰਿਸਕ ਆ ਉਹਨੂੰ ਮੈਨੇਜ ਕਰ ਸਕਦੇ ਆ ਜੀ। ਤੇ ਇਹਦੇ ਵਿੱਚ ਜਿਹੜੇ ਬਿਜ਼ਨੈਸਿਸ ਹੈਗੇ ਆ, ਹੁਣ ਬਿਜ਼ਨੈਸਿਸ ਤਾਂ ਬਹੁਤ ਰੇਂਜ ਹੁੰਦੀ ਆ ਜੀ। ਜਿਵੇਂ ਆਪਾਂ ਟਰੱਕਿੰਗ ਦੀ ਚਲੋ ਇੱਕ ਐਗਜ਼ਾਮਪਲ ਲੈ ਲਈ, ਬਿਜ਼ਨਸ ਤਾਂ ਹਰ ਇੱਕ ਤਰ੍ਹਾਂ ਦਾ ਬਿਜ਼ਨਸ ਹੈਗਾ, ਉਹਦੀ ਕੋਈ ਰੇਂਜ ਮਤਲਬ ਇੱਕ ਜਿਹੜਾ ਆਪਾਂ ਕਹਿ ਲਓ ਵੀ ਇੱਕ ਫੂਡ ਟਰੱਕ ਤੋਂ ਲੈ ਕੇ ਜਿਹੜਾ ਹੈਗਾ ਜੀ, ਕੋਈ ਬੰਦਾ ਜਿਹੜਾ ਕੱਪੜੇ ਸਿਉਂਦਾ ਹੈਗਾ, ਜਿਹੜਾ ਬੰਦਾ ਬਿਊਟੀ ਪਾਰਲਰ ਦਾ ਕੰਮ ਕਰਦਾ, ਕੋਈ ਬੰਦਾ ਗਰੋਸਰੀ ਸਟੋਰ ਚਲਾਉਂਦਾ ਹੈ। ਇਹਦੇ 'ਚ ਕੋਈ ਐਲੀਜੀਬਿਲਿਟੀ ਕ੍ਰਾਈਟੇਰੀਆ ਜਾਂ ਕਿਹੜੇ ਬੰਦੇ ਦੀ ਹੋ ਸਕਦੀ ਆ ਉਹਦੇ 'ਚੋਂ ਬਿਜ਼ਨਸ ਦੇ ਵਿੱਚ? ਫਿਰ ਕੀ ਉਹ ਦੁਕਾਨ ਦੀ ਇੰਸ਼ੋਰੈਂਸ ਹੁੰਦੀ ਹੈ ਜਾਂ ਫਿਰ ਉਹ 'ਚ ਪਰਸਨ ਦੀ ਇੰਸ਼ੋਰੈਂਸ ਹੁੰਦੀ ਹੈ? ਕੀ ਹੁੰਦਾ ਇਹਦੇ ਬਾਰੇ ਥੋੜ੍ਹਾ ਦੱਸਿਓ। ਸੋ ਜਿਹੜੀ ਦੋ ਤਰ੍ਹਾਂ ਦੀ ਇੰਸ਼ੋਰੈਂਸ ਹੁੰਦੀ ਆ, ਡੈਫੀਨੇਟਲੀ ਕਮਰਸ਼ੀਅਲ ਇੰਸ਼ੋਰੈਂਸ ਔਰ ਬਿਜ਼ਨਸ ਇੰਸ਼ੋਰੈਂਸ ਦੇ ਵਿੱਚ ਆ ਜਾਂਦੀ ਆ। ਅਗਰ ਸਾਡੀ ਕੋਈ ਪ੍ਰੋਪਰਟੀ ਡੈਮੇਜ ਹੁੰਦੀ ਆ ਜਾਂ ਕੋਈ ਹੋਰ ਪ੍ਰੋਬਲਮ ਆਉਂਦੀ ਆ, ਉਹ ਕਮਰਸ਼ੀਅਲ ਇੰਸ਼ੋਰੈਂਸ ਦੇ ਵਿੱਚ ਆ ਜਾਏਗੀ। ਫਿਜ਼ੀਕਲ ਚੀਜ਼ਾਂ ਦੀ ਹੋਗੀ ਮਤਲਬ। ਜੀ। ਸੋ ਆਪਾਂ ਜਦੋਂ ਗੱਲ ਕਰਦੇ ਹਾਂ ਬਿਜ਼ਨਸ ਦੇ ਵਿੱਚ, ਆਪਾਂ ਨੂੰ ਵੀ ਪਤਾ ਕਿ ਕੀ ਪਰਸਨ ਹੁੰਦਾ। ਸੋ ਕੀ ਪਰਸਨ ਕੌਣ ਹੈ ਜਿਹਦੇ ਤੇ ਬਿਜ਼ਨਸ ਦੀ ਬਹੁਤ ਜ਼ਿਆਦਾ ਰਿਸਪੌਂਸਿਬਿਲਿਟੀ ਆ, ਜਿਹਦੇ ਤੇ ਨਿਰਭਰ ਕਰਦਾ ਹੈਗਾ। ਜੀ ਬਿਲਕੁਲ। ਸੋ ਹਰ ਇੱਕ ਬਿਜ਼ਨਸ ਦੇ ਵਿੱਚ ਕੀ ਪਰਸਨ ਹੋਊਗਾ ਹੀ। ਸੋ ਅਗਰ ਉਹ ਕੀ ਪਰਸਨ ਨੂੰ ਕੱਲ ਨੂੰ ਕੋਈ ਇੰਜਰੀ ਜਾਂ ਕੋਈ ਇਲਨੈਸ ਹੁੰਦੀ ਆ, ਸੋ ਬਿਜ਼ਨਸ ਦੇ ਉੱਤੇ ਬਹੁਤ ਵੱਡਾ ਇਫੈਕਟ ਪੈ ਸਕਦਾ। ਇਹ ਇਫੈਕਟ ਹੈ ਜਿਹੜਾ ਅਸੀਂ ਕਿੱਦਾਂ ਇਹਨੂੰ ਮੈਨੇਜ ਕਰ ਸਕਦੇ ਹਾਂ ਵੀ ਕੱਲ ਨੂੰ ਅਗਰ ਉਹਨੂੰ ਕੋਈ ਪ੍ਰੋਬਲਮ ਆ ਗਈ, ਉਹਦੀ ਰਿਪਲੇਸਮੈਂਟ ਲਈ ਸਾਨੂੰ ਕੋਈ ਹੋਰ ਪਰਸਨ ਹਾਇਰ ਕਰਨਾ ਪੈਣਾ। ਸੋ ਉਹਦੀ ਜਿਹੜੀ ਬਰਾਬਰ ਦੀ ਕੈਪੇਬਿਲਿਟੀ ਫਾਈਂਡ ਆਊਟ ਕਰਨ ਨੂੰ ਵੀ ਟਾਈਮ ਲੱਗਣਾ ਵਾ। ਸੋ ਇਹ ਤਾਂ ਹੈ ਨਹੀਂ ਵੀ ਅੱਜ ਕੀ ਪਰਸਨ ਕੰਮ ਤੋਂ ਆਫ ਲਿਆ ਤੇ ਅਸੀਂ ਦੂਜੇ ਦਿਨ ਕੋਈ ਹੋਰ ਕੀ ਪਰਸਨ ਹਾਇਰ ਕਰ ਲਾਂਗੇ। ਅੱਛਾ, ਮਾਫੀ ਚਾਹੁੰਦਾ ਮੈਂ ਵਿੱਚ ਵਿਚਾਲਿਓਂ ਇਹ ਗੱਲ ਟੋਕ ਰਿਹਾ ਤੁਹਾਡੀ। ਤੁਸੀਂ ਕੀ ਪਰਸਨ ਕਿਹਾ ਜੀ, ਤੁਸੀਂ ਹਾਇਰ ਕਰਨ ਦੀ ਵੀ ਗੱਲ ਕਹੀ ਜੀ। ਮਤਲਬ ਮੈਂ ਇਹ ਸਮਝਣਾ ਚਾਹ ਰਿਹਾ ਵੀ ਜਿਹੜਾ ਕੀ ਪਰਸਨ ਹੈ ਇਹ ਜ਼ਰੂਰੀ ਨਹੀਂ ਮਾਲਕ ਹੋਵੇ। ਨਹੀਂ, ਕੀ ਪਰਸਨ ਉਹਦੇ ਵਿੱਚ ਕੋਈ ਵੀ ਇੰਪੋਰਟੈਂਟ ਪਰਸਨ ਤੁਹਾਡੇ ਪ੍ਰੋਸੈਸ ਦੇ ਵਿੱਚ ਜਿਹੜਾ ਹੈਗਾ, ਉਹ ਤੁਹਾਡਾ ਇੰਜੀਨੀਅਰ ਹੋ ਸਕਦਾ, ਤੁਹਾਡਾ ਕੋਈ ਉਹ ਡਿਜ਼ਾਈਨਰ ਹੋ ਸਕਦਾ, ਤੁਹਾਡਾ ਕੋਈ ਵੀ ਇੰਪਲੋਈ ਹੋ ਸਕਦਾ। ਬਿਲਕੁਲ ਜੀ, ਬਿਲਕੁਲ। ਹੁਣ ਇੱਕ ਸਾਈਡ ਓਨਰ ਹੈ, ਓਨਰ ਜੇ ਆਪਾਂ ਕਹੀਏ ਉਹਨੇ ਅੱਗੇ ਗਰੋ ਕਰਨਾ ਤਾਂ ਓਬਵੀਅਸਲੀ ਉਹਨੇ ਜਿਹੜੀ ਰਿਸਪੌਂਸਿਬਿਲਿਟੀ ਅੱਗੇ ਸ਼ੇਅਰ ਕੀਤੀ ਹੋਣੀ ਹੈ। ਸੋ ਇੱਕ ਬੰਦਾ ਬਹੁਤ ਜ਼ਿਆਦਾ ਵੀ ਨਹੀਂ ਰਿਸਪੌਂਸਿਬਿਲਿਟੀ ਚੱਕ ਸਕਦਾ। ਸੋ ਜਿਹੜਾ ਕੀ ਪਰਸਨ ਆ ਮੀਨਸ ਉਹ ਆਪਣੇ ਬਿਜ਼ਨਸ ਨੂੰ ਮੈਨੇਜ ਕਰ ਰਿਹਾ ਵਾ। ਸੋ ਕੰਮ ਬੇਸ਼ੱਕ ਓਨਰ ਲਈ ਕਰ ਰਿਹਾ ਵਾ ਬਟ ਰਿਸਪੌਂਸਿਬਿਲਿਟੀ ਉਹਦੇ ਤੇ ਜ਼ਿਆਦਾ ਆ। ਸੋ ਉਹਦੀ ਪ੍ਰੋਟੈਕਸ਼ਨ ਲੈਣਾ ਬਹੁਤ ਇੰਪੋਰਟੈਂਟ ਹੋ ਜਾਂਦਾ ਬਿਜ਼ਨਸ ਓਨਰ ਦੇ ਲਈ ਜੀ। ਸੋ ਉਸ ਸਿਨੈਰੀਓ ਦੇ ਵਿੱਚ ਆਪਾਂ ਨੂੰ ਉਹਨੂੰ ਪ੍ਰੋਟੈਕਟ ਕਰਕੇ ਰੱਖਣਾ ਪੈਣਾ ਵਾ ਵੀ ਤਾਂ ਜੋ ਕੱਲ ਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈ ਐਟਲੀਸਟ ਮੇਰੇ ਕੋਲੇ ਲਮਸਮ ਪੇਮੈਂਟ ਹੋਵੇ। ਸੋ ਇਹ ਤਾਂ ਮੇਰੇ ਖਿਆਲ 'ਚ ਓਨਰਸ ਨੂੰ ਇਹ ਗੱਲ ਬਹੁਤ ਚੰਗੀ ਤਰੀਕੇ ਨਾਲ ਸਮਝਣੀ ਚਾਹੀਦੀ ਹੈ ਵੀ ਆਪਾਂ ਕਈ ਵਾਰ ਸਾਡੇ ਕੋਲੇ ਬਿਜ਼ਨਸ ਇਸ ਤਰ੍ਹਾਂ ਦਾ ਹੁੰਦਾ। ਹੁਣ ਸਪੋਜ਼ ਕਰ ਲਓ ਮੇਰਾ ਕੋਈ ਡਿਜ਼ਾਈਨਿੰਗ ਦਾ ਬਿਜ਼ਨਸ ਹੈ ਤੇ ਮੇਰਾ ਕੋਈ ਡਿਜ਼ਾਈਨਰ ਇਸ ਤਰ੍ਹਾਂ ਦਾ ਹੈ ਜਿਹੜਾ ਮੇਰਾ ਸਾਰਾ ਕੰਮ ਸਮਝ ਲਓ ਸਾਂਭਦਾ ਹੈਗਾ, ਤੇ ਜੇ ਉਹ ਡਿਜ਼ਾਈਨਰ ਹੀ ਵਿੱਚੋਂ ਮਤਲਬ ਮਿਸ ਹੋ ਗਿਆ ਤਾਂ ਮੇਰੇ ਵਾਸਤੇ ਦਾ ਵਕਤ ਖੜਾ ਹੋ ਜਾਣਾ ਬਹੁਤ ਜੀ। ਬਿਲਕੁਲ। ਸੋ ਇੱਥੇ ਮਾਲਕ ਨੂੰ ਮਤਲਬ ਇਹ ਗੱਲ ਧਿਆਨ ਰੱਖਣੀ ਚਾਹੀਦੀ ਵੀ ਉਹ ਆਪਣੇ ਕੀ ਪਰਸਨ ਦੇ ਉੱਤੇ ਇੰਸ਼ੋਰੈਂਸ ਲਵੇ ਤਾਂ ਕਿ ਉਹਦਾ ਆਪਣਾ ਨੁਕਸਾਨ ਨਾ ਹੋਵੇ ਜੀ। ਐਲੀਜੀਬਿਲਿਟੀ ਕ੍ਰਾਈਟੇਰੀਆ ਦੀ ਆਪਾਂ ਗੱਲ ਕਰਨ ਲੱਗੇ ਸੀ ਵੀ ਕਿਸ ਤਰ੍ਹਾਂ ਦਾ ਬਿਜ਼ਨਸ ਇਹਦੇ ਵਿੱਚ ਜਿਹੜਾ ਐਲੀਜੀਬਲ ਜਾਂ ਇਹਦੇ 'ਚ ਕੋਈ ਇੱਦਾਂ ਕੋਈ ਹੁੰਦਾ ਹੈ ਵੀ ਆਪਾਂ ਕਿਹੜਾ ਬਿਜ਼ਨਸ ਐਲੀਜੀਬਲ ਹੈ ਤੇ ਕਿਹੜਾ ਨਹੀਂ ਹੈ? ਬਿਲਕੁਲ ਜੀ। ਸੋ ਜਦੋਂ ਆਪਾਂ ਬਿਜ਼ਨਸ ਦੇ ਵਿੱਚ ਇਹਦੀ ਗੱਲਬਾਤ ਕਰਦੇ ਹਾਂ, ਸੋ ਹੁਣ ਐਗਜ਼ਾਮਪਲ ਹੈ ਕਿਸੇ ਬਿਜ਼ਨਸ ਦੇ ਵਿੱਚ ਨੰਬਰ ਆਫ ਇੰਪਲੋਈਜ਼ ਨੇ। ਸੋ ਨੰਬਰ ਆਫ ਇੰਪਲੋਈਜ਼ ਦੇ ਵਿੱਚ ਕੀ ਹੁੰਦਾ ਵਾ ਵੀ ਜਦੋਂ ਅਸੀਂ ਡਿਫਰੈਂਟ ਇੰਪਲੋਈਜ਼ ਹਾਇਰ ਕੀਤੇ ਆ, ਕੱਲ੍ਹ ਨੂੰ ਅਗਰ ਕੋਈ ਵੀ ਪ੍ਰੋਬਲਮ ਆਉਂਦੀ ਆ, ਹੁਣ ਇਨ ਕੇਸ ਅਸੀਂ ਉਹਨਾਂ ਨੂੰ ਪ੍ਰੋਟੈਕਟ ਨਾ ਕੀਤਾ ਹੋਇਆ, ਕੱਲ੍ਹ ਨੂੰ ਇੰਪਲੋਈ ਵੀ ਸੂ ਕਰ ਸਕਦਾ ਬਿਜ਼ਨਸ ਓਨਰ ਨੂੰ ਕਿਉਂਕਿ ਉਹ ਕੰਮ ਤਾਂ ਉਹਦੇ ਲਈ ਕਰ ਰਿਹਾ ਵਾ। ਹੁਣ ਜੇ ਹੀ ਬਿਜ਼ਨਸ ਓਨਰ ਨੇ ਉਹਨਾਂ ਦੀ ਇੰਜਰੀ ਔਰ ਇਲਨੈਸ ਦਾ ਰਿਸਕ ਨੂੰ ਪ੍ਰੋਟੈਕਟ ਕੀਤਾ ਹੋਇਆ ਵਾ, ਚਾਹੇ ਉਹ ਨੰਬਰ ਆਫ ਇੰਪਲੋਈਜ਼ ਕੰਪਨੀ ਵੱਲੋਂ ਬਹੁਤ ਵਧੀਆ ਪਲਾਨਸ ਕਸਟਮਾਈਜ਼ਡ ਵੀ ਹੋ ਜਾਂਦੇ ਆ, ਉਹਦਾ ਰਿਸਕ ਟ੍ਰਾਂਸਫਰ ਹੋ ਗਿਆ ਇੰਸ਼ੋਰੈਂਸ ਕੰਪਨੀ ਦੇ ਉੱਤੇ। ਕੱਲ੍ਹ ਨੂੰ ਕੋਈ ਪ੍ਰੋਬਲਮ ਆਈ ਦੈਨ ਇੰਸ਼ੋਰੈਂਸ ਇਜ਼ ਦੇਅਰ ਟੂ ਹੈਲਪ ਦੈਮ ਜੀ। ਡਾਕਟਰ ਸਾਹਿਬ, ਆਪਣੀ ਪਿਛਲੀ ਗੱਲਬਾਤ ਦੇ ਵਿੱਚੋਂ ਮੈਂ ਥੋੜ੍ਹਾ ਜਿਹਾ ਇੱਕ ਹੋਰ ਕਲੈਰਿਟੀ ਲੈਣਾ ਚਾਹੁੰਦਾ ਜੀ। ਇੱਕ ਤਾਂ ਹੁੰਦੀ ਹੈ ਗਰੁੱਪ ਇੰਸ਼ੋਰੈਂਸ ਜਿਹੜੀ ਗੱਲ ਕੀਤੀ ਆਪਾਂ,
ਤੇ ਇੱਕ ਹੋ ਗਈ ਜਿਹੜੀ ਇਹ ਬਿਜ਼ਨਸ ਦੇ ਨਾਲ ਰਿਲੇਟਡ, ਜਿਵੇਂ ਤੁਸੀਂ ਕੀ ਪਰਸਨ ਇੰਸ਼ੋਰੈਂਸ ਦੀ ਗੱਲ ਕੀਤੀ ਜੀ, ਇਹਨਾਂ 'ਚ ਥੋੜ੍ਹਾ ਜਿਹਾ ਡਿਫਰੈਂਸ ਜੇ ਹਾਈਲਾਈਟ ਕਰਦੇ ਹੋ। ਬਿਲਕੁਲ ਜੀ। ਸੋ ਗਰੁੱਪ ਜਿਹੜੀ ਇੰਸ਼ੋਰੈਂਸ ਆ, ਗਰੁੱਪ ਬੈਨੀਫਿਟ ਹੈ, ਇਹਦੇ ਵਿੱਚ ਮੇਨਲੀ ਹੈਲਥ ਐਂਡ ਡੈਂਟਲ ਪਲਾਨ ਕਵਰ ਕੀਤੇ ਹੁੰਦੇ ਆ EMPLOYER ਵੱਲੋਂ। ਸੋ ਜਿਹਦੇ ਵਿੱਚ ਜਿਹੜਾ ਕੁਛ ਪੋਰਸ਼ਨ ਆ EMPLOYER ਪੇ ਕਰ ਰਿਹਾ ਹੁੰਦਾ, ਕੁਛ ਪੋਰਸ਼ਨ EMPLOYEE ਪੇ ਕਰ ਰਿਹਾ। ਸਮ ਟਾਈਮ ਜਿੱਦਾਂ ਐਗਜ਼ਾਮਪਲ ਆ Amazon, ਉਹ 100% ਆਪਣੇ EMPLOYEES ਲਈ ਪੇ ਕਰਦਾ, ਰਾਈਟ, ਡਿਪੈਂਡ ਔਨ EMPLOYER ਟੂ EMPLOYER। ਸੋ ਜਿਹੜੀ ਕੀ ਪਰਸਨ ਇੰਸ਼ੋਰੈਂਸ ਆ, ਬੇਸਿਕਲੀ ਤੁਸੀਂ ਇੱਕ ਪਰਸਨ ਨੂੰ ਇੰਸ਼ੋਰਡ ਕਰ ਰਹੇ ਹੋ ਇਨ ਕੇਸ ਆਫ ਇੰਜਰੀ ਔਰ ਇਲਨੈਸ ਦੇ ਕੇਸ 'ਚ। ਜੀ ਮਤਲਬ ਇੱਕ ਇਹਦੇ 'ਚ ਇਹ ਵੀ ਮੈਨੂੰ ਸਮਝ ਲੱਗੀ ਗੱਲ ਦੀ ਵੀ ਜਿਹੜੇ ਹੈਗੇ ਆ ਤੁਹਾਡੇ ਜਿਹੜੇ ਗਰੁੱਪ ਇੰਸ਼ੋਰੈਂਸ ਦੇ ਜਿਹੜੇ ਪਲਾਨ ਆ, ਉਹਦਾ ਬੈਨੀਫਿਟ ਤਾਂ EMPLOYEE ਨੂੰ ਮਿਲਣਾ ਜੀ, ਬਿਜ਼ਨਸ ਨੂੰ ਉਹਦਾ ਕੋਈ ਫਾਇਦਾ ਨਹੀਂ ਆਪ ਨੂੰ ਮਿਲਣਾ ਜੇ ਕੁਝ ਹੁੰਦਾ ਹੈਗਾ। ਲੇਕਿਨ ਕੀ ਪਰਸਨ ਜਿਹੜਾ ਹੈਗਾ ਉਹਨੂੰ ਜੇ ਕੁਝ ਹੁੰਦਾ ਹੈਗਾ ਤਾਂ ਉਹਦਾ ਜਿਹੜਾ ਬੈਕਅਪ ਹੈਗਾ ਉਹ ਬਿਜ਼ਨਸ ਨੂੰ ਮਿਲੇਗਾ, ਬਿਜ਼ਨਸ ਓਨਰ ਨੂੰ, ਰਾਈਟ। ਤੇ ਜਿਵੇਂ ਹੁਣ ਤੁਸੀਂ ਕ੍ਰਿਟੀਕਲ ਇਲਨੈਸ ਦੀ ਗੱਲ ਕੀਤੀ ਤਾਂ ਇਹਦੇ 'ਤੇ ਵੀ ਥੋੜ੍ਹਾ ਜਿਹਾ ਆਪਾਂ ਇੱਕ ਟੱਚ ਬੇਸ ਕਰ ਲਈਏ। ਕਰੋਨਿਕ ਡਿਜ਼ੀਜ਼ ਜਿਹੜੀਆਂ ਕਿਸੇ ਨੂੰ ਹੋ ਗਈ, ਕਿਸੇ ਨੂੰ ਕੋਈ ਨਾਮਰਾਦ ਬਿਮਾਰੀ, ਕੋਈ ਲੰਬੀ ਬਿਮਾਰੀ ਚੱਲਣ ਵਾਲੀ ਹੋ ਗਈ, ਉਹਨਾਂ ਕੇਸਿਸ ਦੇ ਵਿੱਚ ਜਾਂ ਟਰਮੀਨਲ ਇਲਨੈਸ ਦੇ ਕੇਸ ਦੇ ਵਿੱਚ ਜਿਹੜਾ ਹੈਗਾ ਕੀ ਆਪਸ਼ਨਸ ਸਾਡੇ ਕੋਲ ਅਵੇਲੇਬਲ ਨੇ? ਜਤਿੰਦਰ ਜੀ, ਸੋ ਤੁਸੀਂ ਜਿੱਦਾਂ ਕਨਵਰਸੇਸ਼ਨ ਦੇ ਵਿੱਚ ਸਟਾਰਟਿੰਗ 'ਚ ਗੱਲਬਾਤ ਕਰ ਰਹੇ ਸੀਗੇ, ਬ੍ਰੈਸਟ ਕੈਂਸਰ ਅਵੇਅਰਨੈਸ ਮੰਥ ਅਕਤੂਬਰ ਮੰਥ ਹੈਗਾ। ਸੋ ਜੇ ਆਪਾਂ ਕੈਨੇਡੀਅਨ ਸਟੈਟਸ ਵੀ ਦੇਖਦੇ ਹਾਂ, 1 in 8 ਵੂਮੈਨ ਬ੍ਰੈਸਟ ਕੈਂਸਰ ਲਾਈਫ ਟਾਈਮ ਦੇ ਵਿੱਚ ਡਾਇਗਨੋਜ਼ ਹੋਣ ਦੇ ਚਾਂਸਸ ਹੈਗੇ ਆ। ਸੋ ਕਿਸੇ ਵੀ ਤਰ੍ਹਾਂ ਦੀ ਕਰੋਨਿਕ ਡਿਸੀਜ਼ ਬਹੁਤ ਵਾਰੀ ਹੋ ਜਾਂਦੀ ਹੈ, ਕੈਂਸਰ, ਸਟ੍ਰੋਕ, ਕਿਡਨੀ ਫੇਲ, ਹਾਰਟ ਅਟੈਕ, ਬਹੁਤ ਆਪਾਂ ਡਿਸੀਜ਼ ਆਮ ਹੀ ਹੁਣ ਸੁਣਨ ਨੂੰ ਮਿਲਦਾ ਵਾ। ਸੋ ਇਹਨਾਂ ਸਾਰੇ ਸਿਨੈਰੀਓਜ਼ ਦੇ ਵਿੱਚ ਜਿਹੜਾ ਟਰੀਟਮੈਂਟ ਆ ਸਾਡੇ ਹੈਲਥ ਕਾਰਡ ਨੇ ਕਵਰ ਕਰ ਲੈਣਾ, ਬਟ ਹੋ ਸਕਦਾ ਸਮ ਟਾਈਮ ਸਾਨੂੰ ਸੈਕੰਡ ਓਪੀਨੀਅਨ ਦੀ ਜ਼ਰੂਰਤ ਹੋਵੇ, ਹੋ ਸਕਦਾ ਵਿਦਨ ਕੈਨੇਡਾ ਅਪੁਆਇੰਟਮੈਂਟ ਨਾ ਮਿਲਦੀ ਹੋਵੇ, ਸਾਨੂੰ ਕੰਟਰੀ ਆਊਟ ਵੀ ਕਰਨੀ ਪੈ ਸਕਦੀ ਹੈ। ਸਭ ਤੋਂ ਵੱਡੀ ਸਮੱਸਿਆ ਹੀ ਇਹ ਆਉਂਦੀ ਹੈ ਜੀ। ਸੋ ਕੰਟਰੀ ਆਊਟ ਕਰਨੀ ਤਾਂਹੀਓ ਕਰਾਂਗੇ ਜੇ ਆਪਣੇ ਕੋਲੇ ਇਨਕਮ ਹੋਊਗੀ, ਪੈਸਾ ਹੋਊਗਾ। ਕੰਮ ਤੋਂ ਆਫ ਲੈ ਰਹੇ ਆ, ਇੱਕ ਪਾਰਟਨਰ ਨੂੰ ਟੇਕ ਕੇਅਰ ਕਰਨੀ ਪੈ ਰਹੀ ਆ ਦੂਜੇ ਦੀ, ਅਗਰ ਘਰੇ ਪੈਸਾ ਹੋਊਗਾ ਫੇਰ ਹੀ ਉਹ ਟੇਕ ਕੇਅਰ ਕਰੂਗਾ, ਅਦਰਵਾਈਜ਼ ਉਹਨੂੰ ਵੀ ਕੰਮ ਤੇ ਜਾਣਾ ਪੈਣਾ, ਕਿਉਂਕਿ ਘਰ ਦਾ ਖਰਚਾ ਸਾਰਾ ਉਹਦੇ ਤੇ ਪੈਣਾ ਵਾ। ਸੋ ਰਿਕਵਰੀ ਤੇ ਅਸੀਂ ਪ੍ਰੋਪਰ ਫੋਕਸ ਕਰ ਸਕੀਏ, ਸੋ ਇਹ ਵਾਲਾ ਰਿਸਕ ਅਸੀਂ ਇੰਸ਼ੋਰੈਂਸ ਕੰਪਨੀ ਦੇ ਉੱਤੇ ਟਰਾਂਸਫਰ ਕਰ ਸਕਦੇ ਹਾਂ। ਕੱਲ ਨੂੰ ਕੋਈ ਏਦਾਂ ਦੀ ਪ੍ਰੋਬਲਮ ਆਉਂਦੀ ਆ, ਕੰਪਨੀ ਸਾਨੂੰ ਲਮਸਮ ਬੇਸਿਸ ਦੇ ਉੱਤੇ ਪੇਮੈਂਟ ਕਰੂਗੀ। ਅਸੀਂ $100,000 ਦੀ, ਲੱਖ ਦੀ ਕਵਰੇਜ ਲੈਣੇ ਆ, 2 ਲੱਖ, ਉਹ ਇੰਡੀਵਿਜੂਅਲ ਦੀ ਚੁਆਇਸ ਆ। ਸੋ ਇਹਨਾਂ ਪਲਾਨਸ ਦੀ ਖਾਸੀਅਤ ਇਹ ਵੀ ਆ, ਆਪਾਂ ਜੋ ਪੈਸਾ ਪੇ ਕੀਤਾ ਉਹ ਅਗਰ ਕੋਈ ਕਲੇਮ ਨਹੀਂ ਆਉਂਦਾ, 100% ਸਰਟਨ ਏਜ ਤੇ ਜਾ ਕੇ ਮਨੀ ਬੈਕ ਆ। ਇਨ ਕੇਸ ਅਗਰ ਕੋਈ ਮਿਸਹੈਪਨ ਵੀ ਹੁੰਦਾ ਕਿਸੇ ਵੀ ਰੀਜ਼ਨ ਦੇ ਕਰਕੇ, ਅਗਰ ਕਿਸੇ ਭੈਣ ਭਰਾ ਕੋਲੇ ਲਾਈਫ ਇੰਸ਼ੋਰੈਂਸ ਤਾਂ ਲਈ ਹੋਈ ਆ ਉਹਨਾਂ ਨੇ, ਇਸ ਪਲਾਨ ਦੇ ਵਿੱਚ ਕੀ ਆ ਵੀ ਜੇ ਇਨ ਕੇਸ ਮਿਸਹੈਪਨ ਹੋਇਆ ਤਾਂ ਵੀ ਅਸੀਂ ਮਨੀ ਬੈਕ ਲੈ ਸਕਦੇ ਹਾਂ। ਮਿਸਹੈਪਨ ਤੋਂ ਭਾਵ ਜੇ ਉਹ ਪਰਸਨ ਡੈਥ ਹੋ ਗਈ ਉਹਦੀ, ਇਨ ਕੇਸ ਆਫ ਡੈਥ। ਜਿੱਦਾਂ ਆਪਾਂ ਸਟਾਰਟਿੰਗ ਦੇ ਵਿੱਚ ਗੱਲਬਾਤ ਕਰਦੇ ਸੀਗੇ ਵੀ ਜਿਹੜੀਆਂ ਐਮਰਜੈਂਸੀ ਸਾਡੀਆਂ ਫੰਡਿੰਗਸ ਨੇ ਉਹਨਾਂ ਨੂੰ ਅਸੀਂ ਕਿੱਦਾਂ ਪ੍ਰੋਟੈਕਟ ਕਰ ਸਕਦੇ ਹਾਂ। ਸੋ ਮੈਂ ਕਿਹਾ ਸੀਗਾ ਵੀ ਜਿਹੜੀ ਸਾਡੀ ਸੇਵਿੰਗ ਆ ਉਹਨੂੰ ਐਜ਼ ਅ ਬੋਨਸ ਦੀ ਤਰ੍ਹਾਂ ਹੀ ਅਸੀਂ ਵਰਤਾਂਗੇ। ਬਿਲਕੁਲ। ਸੋ ਇਹ ਜਿਹੜੀ ਸੇਵਿੰਗ ਆ ਅਸੀਂ ਉਹਨੂੰ ਹੀ ਪ੍ਰੋਟੈਕਟ ਕੀਤਾ ਇਹਨਾਂ ਪਲਾਨਸ ਦੇ ਨਾਲ। ਸੋ ਮਤਲਬ ਬਹੁਤ ਲੋਕਾਂ ਨੂੰ ਇਹ ਲੱਗਦਾ ਹੁੰਦਾ ਵੀ ਜਿਹੜੀਆਂ ਅਸੀਂ ਮੰਨ ਲਓ ਇਹ ਮੈਡੀਕਲ, ਜੇ ਆਪਾਂ ਕਵਰੇਜ ਦੀ ਗੱਲ ਕਰ ਲਈਏ, ਵੀ ਮੈਡੀਕਲ ਕਵਰੇਜ ਜਿਹੜਾ ਪੈਸਾ ਦਿੱਤਾ ਜੇ ਬਿਮਾਰ ਨਹੀਂ ਹੋਏ ਉਹ ਤਾਂ ਸਾਡਾ ਵੇਸਟ ਗਿਆ ਜੀ। ਲੇਕਿਨ ਵੇਸਟ ਨਹੀਂ ਜਾਂਦਾ, ਤੁਸੀਂ ਉਹਨੂੰ ਤੁਸੀਂ ਵਾਪਸ ਲੈ ਸਕਦੇ ਹੋ, ਤੁਹਾਡੇ ਕੋਲ ਆਪਸ਼ਨਸ ਹੈਗੀਆਂ ਨੇ। 100% ਉਹ ਮਨੀ ਬੈਕ ਪਲਾਨ ਆ। ਸੋ ਇਹਨਾਂ ਪਲਾਨਸ ਨੂੰ ਸਾਨੂੰ ਸਮਝਣ ਦੀ ਲੋੜ ਹੁੰਦੀ ਆ ਤੇ ਇਹਦੀ ਇੰਪੋਰਟੈਂਸ ਵੀ ਬਹੁਤ ਜ਼ਿਆਦਾ ਆ। ਕਈ ਵਾਰੀ ਕੀ ਹੁੰਦਾ, ਕ੍ਰਿਟੀਕਲ ਇਲਨੈਸ ਦਾ ਜਿਹੜਾ ਪਲਾਨ ਆ, ਜਿੱਦਾਂ ਆਪਾਂ ਕਰੋਨਿਕ ਡਿਸੀਜ਼ ਮਤਲਬ ਕਿ ਬੰਦੇ ਨੂੰ ਹਾਰਟ ਅਟੈਕ ਆਇਆ ਤੇ ਆਫਟਰ ਸਰਟਨ ਟਾਈਮ ਉਹ ਬੈਕ ਟੂ ਵਰਕ ਹੋ ਗਿਆ, ਰਾਈਟ, ਤੇ ਆਪਣੇ ਉਹਨੇ ਆਪਣਾ ਕੰਮ ਦੁਬਾਰਾ ਸਟਾਰਟ ਕਰ ਲਿਆ। ਕਈ ਵਾਰੀ ਆਪਾਂ ਕਨਫਿਊਜ਼ ਹੋ ਜਾਂਦੇ ਆ ਇਹਨੂੰ ਟਰਮੀਨਲ ਇਲਨੈਸ ਦੇ ਨਾਲ। ਸੋ ਟਰਮੀਨਲ ਇਲਨੈਸ ਇਜ਼ ਕੰਪਲੀਟਲੀ ਡਿਫਰੈਂਟ ਪਾਰਟ ਆ। ਸੋ ਉਹਦੇ ਵਿੱਚ ਇਹ ਆ ਵੀ ਡਾਕਟਰ ਨੇ ਇਹ ਡਾਇਗਨੋਸ ਕਰ ਦਿੱਤਾ ਵੀ ਇਹ ਪਰਸਨ ਨੇ ਇੰਨਾ ਟਾਈਮ ਸਰਵਾਈਵ ਕਰਨਾ, 1 year, 6 months, 2 year, ਰਾਈਟ, ਐਗਜ਼ੈਕਟਲੀ ਇਹ ਡਾਇਗਨੋਸ ਹੋ ਗਿਆ। ਉਸ ਸਿਨੈਰੀਓ ਦੇ ਵਿੱਚ ਕੀ ਹੁੰਦਾ ਵੀ ਅਗਰ ਆਪਣੇ ਕੋਲੇ ਲਾਈਫ ਇੰਸ਼ੋਰੈਂਸ ਦਾ ਪਲਾਨ ਲਿਆ ਹੋਇਆ, ਅਸੀਂ ਅਪ ਟੂ 50% ਉਸ ਕਵਰੇਜ ਦਾ ਅਪ ਫਰੰਟ ਕਲੇਮ ਕਰ ਸਕਦੇ ਹਾਂ ਉਹਦੇ ਇਲਾਜ ਲਈ ਜਾਂ ਇਲਾਜ ਲਈ। ਹਾਂਜੀ, ਬਟ ਉਸ ਟਰਮੀਨਲ ਜਿਹੜੀ ਇਲਨੈਸ ਦੀ ਡੈਫੀਨੇਸ਼ਨ ਬਹੁਤ ਸਟ੍ਰਿਕਟ ਆ, ਕਿਉਂਕਿ ਉਹ ਇਹ ਆ ਵੀ ਪਰਮਾਨੈਂਟਲੀ ਬੰਦਾ ਬੈੱਡ ਤੇ ਆ। ਉਹ ਹੁਣ ਆਪਾਂ ਨੂੰ ਟਾਈਮ ਆ, ਮਤਲਬ ਇੰਨਾ ਟਾਈਮ ਹੀ ਆ ਆਪਣੇ ਕੋਲ। ਸੋ ਉਸ ਟਾਈਮ ਤੇ ਜਾ ਕੇ ਅਸੀਂ ਸਾਡੀ ਜਿਹੜੀ ਸੇਵਿੰਗ ਹੈਗੀ ਆ ਉਹਨੂੰ ਪ੍ਰੋਟੈਕਟ ਕਰਨਾ ਥੋੜ੍ਹਾ ਜਿਹਾ ਡਗਮਡਾ ਜਾਂਦਾ ਕੰਮ, ਬਟ ਜਿਉਂਦੇ ਜੀ ਅਸੀਂ ਆਪਣੀ ਇਨਕਮ ਨੂੰ ਪ੍ਰੋਟੈਕਟ ਰੱਖੀਏ, ਆਪਣੀਆਂ ਜਿਹੜੀਆਂ ਹੋਰ ਸੇਵਿੰਗਸ ਨੇ ਆਪਣੇ ਰਿਟਾਇਰਮੈਂਟ ਲਈ ਆ ਉਹਨੂੰ ਅਸੀਂ ਪ੍ਰੋਟੈਕਟ ਕਰਕੇ ਚੱਲੀਏ। ਅੱਛਾ, ਇੱਕ ਸਵਾਲ ਮੇਰੇ ਇਹਦੇ ਚੱਲਦੀ ਗੱਲ ਦੇ ਵਿੱਚ ਦਿਮਾਗ 'ਚ ਆਇਆ, ਜਿਵੇਂ ਆਪਾਂ ਗੱਲ ਕਰ ਰਹੇ ਸੀ ਨਾ ਵੀ ਕੈਨੇਡਾ ਦੇ ਵਿੱਚ ਅਪੁਆਇੰਟਮੈਂਟ ਦੀ ਬੜੀ ਪ੍ਰੋਬਲਮ ਆਉਂਦੀ ਹੈ ਤੇ ਬਹੁਤ ਲੋਕ ਜਿਹੜੇ ਹੈਗੇ ਆ ਸਾਡੇ ਆਪਣੇ ਨੋਨ ਦੇ ਵਿੱਚੋਂ ਕੋਈ ਹੈਗਾ ਜਿਹੜਾ ਬੱਚੇ ਦਾ ਇਲਾਜ ਕਰਾਉਣ ਵਾਸਤੇ ਹੁਣ ਇੰਡੀਆ ਗਿਆ ਹੈਗਾ, ਕਿਉਂਕਿ ਇੱਥੇ ਅਪੁਆਇੰਟਮੈਂਟ 1 ਸਾਲ ਬਾਅਦ ਦੀ ਉਹਨੂੰ ਮਿਲ ਰਹੀ ਸੀ, ਉਹਦੀ ਕੋਈ ਛੋਟੀ ਸਰਜਰੀ ਹੋਣੀ ਸੀ ਬੱਚੇ ਦੀ।
ਜੇ ਕਿਸੇ ਨੇ ਇੱਥੇ ਕੋਈ ਪਲਾਨ ਲਿਆ ਹੋਇਆ ਜੀ ਤੇ ਉਹਨੂੰ ਇਸ ਤਰ੍ਹਾਂ ਬਾਹਰ ਜਾ ਕੇ ਇਲਾਜ ਕਰਵਾਉਣਾ ਪੈਂਦਾ, ਜੀ ਉਹਦੇ ਵਿੱਚ ਕਵਰੇਜ ਹੁੰਦੀ ਹੈ? ਜੀ ਕ੍ਰਿਟੀਕਲ ਇਲਨੈਸ ਦੇ ਵਿੱਚ ਕੀ ਹੁੰਦਾ ਜਤਿੰਦਰ ਜੀ, ਜਦੋਂ ਕੋਈ ਇਦਾਂ ਦੀ ਕ੍ਰੋਨਿਕ ਡਿਸੀਜ਼ ਡਾਇਗਨੋਸ ਹੁੰਦੀ ਆ, ਇੱਕ ਸਰਵਾਈਵਲ ਪੀਰੀਅਡ ਹੁੰਦਾ 30 ਡੇਜ਼ ਦਾ, ਉਹ ਇੰਨਾ ਕੁ ਟਾਈਮ ਸਾਨੂੰ ਡਾਇਗਨੋਸ ਹੋਣ ਨੂੰ ਹੀ ਲੱਗ ਜਾਂਦਾ ਵਾ। ਸੋ ਜਦੋਂ ਇਦਾਂ ਦੀ ਕੋਈ ਪ੍ਰੋਬਲਮ ਆ ਗਈ, ਕੰਪਨੀ ਨੇ ਸਾਨੂੰ ਲੰਮਸਮ ਬੇਸ ਤੇ ਪੇਮੈਂਟ ਕਰਤੀ, ਉਹ ਮੇਰੀ ਚੁਆਇਸ ਆ, ਉਹਨੂੰ ਮੈਂ ਚਾਹੇ ਕਿਤੇ ਰੀਇਨਵੈਸਟ ਕਰਕੇ ਤੋਂ ਇਨਕਮ ਜਨਰੇਟ ਕਰਾਂ, ਚਾਹੇ ਮੈਂ ਕਿਸੇ ਹੋਰ ਕੰਟਰੀ ਦੇ ਵਿੱਚ ਜਾ ਕੇ ਉਹਦਾ ਟ੍ਰੀਟਮੈਂਟ ਲਵਾਂ, ਸਾਰਾ ਕੰਟਰੋਲ ਮੇਰੇ ਤੇ ਆ ਉਹ। ਸੋ ਉਹਦੇ ਵਿੱਚ ਟੈਕਸ ਫ੍ਰੀ ਸਾਰਾ ਪੈਸਾ ਵਾ। ਤੇ ਉਹਦੇ ਚ ਕੋਈ ਆਪਾਂ ਨੂੰ ਜਿਹੜੇ ਪ੍ਰੂਫ ਆ ਸਿਰਫ ਉਹ ਤੁਹਾਡੇ ਡਾਇਗਨੋਸਿਸ ਦੇ ਦੇਣੇ ਪੈਂਦੇ ਆ, ਮੈਡੀਕਲ ਰਿਪੋਰਟਸ, ਡਾਕਟਰ ਦੀ ਸਟੇਟਮੈਂਟ ਲੱਗੇ। ਬਾਅਦ ਤੁਸੀਂ ਉਹਦੇ ਤੋਂ ਇਲਾਜ ਕਰਵਾਇਆ ਜਾਂ ਨਹੀਂ ਕਰਵਾਇਆ, ਡਜ਼ਨਟ ਮੈਟਰ, ਉਹਦਾ ਨਹੀਂ ਕੋਈ, ਉਹਦਾ ਕੋਈ ਨਹੀਂ, ਕਿਉਂਕਿ ਜਦੋਂ ਡਾਇਗਨੋਸ ਹੋ ਗਿਆ ਕੰਪਨੀ ਨੇ ਸਾਨੂੰ ਪੈਸੇ ਪੇ ਕਰਤੇ, ਉਹਦਾ ਕੰਟਰੋਲ ਮੇਰੇ ਤੇ ਹੱਥ 'ਚ ਆ ਗਿਆ, ਉਹਨੂੰ ਮੈਂ ਜਿੱਦਾਂ ਚਾਹਾਂ ਯੂਜ਼ ਕਰ ਸਕਦਾ। ਸੋ ਆਪਣੇ ਬਹੁਤ ਲੋਕ ਨੇ ਜਿਹੜੇ ਇੱਥੋਂ ਅਮਰੀਕਾ ਜਾ ਕੇ ਵੀ ਇਲਾਜ ਕਰਵਾ ਕੇ ਆਉਂਦੇ ਆ, ਜਿਨ੍ਹਾਂ ਕੋਲੇ ਉੱਧਰਲਾ ਵੀਜ਼ਾ ਵਗੈਰਾ ਹੈਗਾ, ਨਹੀਂ ਤਾਂ ਆਪਣੇ ਇੱਥੋਂ ਹਿੰਦੁਸਤਾਨ ਭਾਰਤ ਜਾਣਾ ਜਿਹੜਾ ਹੈਗਾ ਲੋਕ ਪਸੰਦ ਕਰਦੇ ਆ ਜੀ। ਸੋ ਇਹਨਾਂ ਗੱਲਾਂ ਦੇ ਨਾਲ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਟੱਟ ਸਾਹਿਬ, ਵਿਸ਼ਾ ਬਹੁਤ ਲੰਬਾ ਚੌੜਾ ਹੈ ਇਹ, ਲੇਕਿਨ ਇੱਕ ਸਵਾਲ ਜਿਹੜਾ ਆਪਣੇ ਯਾਸਰ ਹੁਣਾਂ ਨੇ ਸ਼ੇਅਰ ਕੀਤਾ ਸੀਗਾ, ਇਹ ਮੈਂ ਜ਼ਰੂਰ ਤੁਹਾਡੇ ਨੂੰ ਪੁੱਛ ਲਵਾਂ। ਉਹ ਕਹਿੰਦੇ ਕਿ ਇੱਕ ਤਰ੍ਹਾਂ ਲਿਖਿਆ, ਵਿਚ ਟਾਈਪ ਆਫ ਇੰਸ਼ੋਰੈਂਸ, ਹਾਊ ਮਚ ਟਾਈਮ ਰਿਕੁਆਇਰਡ ਟੂ ਸਟਾਰਟ ਗੈਟਿੰਗ ਮਨੀ ਫਰੋਮ ਇੰਸ਼ੋਰੈਂਸ। ਇਹ ਆਪਾਂ ਜਦੋਂ ਮੇਰੇ ਖਿਆਲ 'ਚ ਬਿਜ਼ਨਸ ਇੰਸ਼ੋਰੈਂਸ ਦੀ ਗੱਲ ਕਰ ਰਹੇ ਸੀ, ਉਸ ਵੇਲੇ ਇਹ ਸਵਾਲ ਆਇਆ। ਉਹਦੇ ਵਿੱਚ ਕਹਿੰਦੇ ਵੀ ਇੰਸ਼ੋਰੈਂਸ ਕਿਹੜੀ ਹੁੰਦੀ ਹੈ ਤੇ ਕਿੰਨੇ ਕੁ ਚਿਰ ਦੇ ਵਿੱਚ ਪੈਸਾ ਮਿਲਣਾ ਸ਼ੁਰੂ ਹੋ ਜਾਂਦਾ? ਇਹਦੇ ਵਿੱਚ ਆਪਾਂ ਗੱਲਬਾਤ ਕਰ ਰਹੇ ਸੀਗੇ ਐਗਜ਼ੈਕਟਲੀ ਜਿੱਦਾਂ ਇਹਨਾਂ ਨੇ ਪੁੱਛਿਆ ਹੈਗਾ ਇੰਸ਼ੋਰੈਂਸ ਦੇ ਟਾਈਪ ਪਲਾਨ ਦਾ। ਸੋ ਆਪਾਂ ਡਿਸੇਬਿਲਿਟੀ ਐਂਡ ਕ੍ਰਿਟੀਕਲ ਇਲਨੈਸ ਦੇ ਪਲਾਨ ਦੀ ਹੀ ਗੱਲ ਕਰ ਰਹੇ ਸੀਗੇ। ਸੋ ਜਿਹੜੇ ਟਾਈਮ ਦੀ ਗੱਲ ਕਰਦੇ ਆ, ਉਹਦੇ ਵਿੱਚ ਅਸੀਂ ਵੇਟਿੰਗ ਆਪ ਚੂਜ਼ ਕਰਨੀ ਹੁੰਦੀ ਆ। ਅਗਰ ਕੋਈ ਇੰਜਰੀ ਜਾਂ ਕੋਈ ਇਲਨੈਸ ਹੁੰਦੀ ਆ, ਅਸੀਂ ਕਿੰਨੇ ਟਾਈਮ ਬਾਅਦ ਬੈਨੀਫਿਟ ਚਾਹੁੰਦੇ ਆ, ਉਸ ਦੇ ਅਕੋਰਡਿੰਗ ਇੰਸ਼ੋਰੈਂਸ ਕੰਪਨੀ ਸਾਨੂੰ ਬੈਨੀਫਿਟ ਪ੍ਰੋਵਾਈਡ ਕਰਦੀ ਆ। ਜਿਹੜੇ ਬਿਜ਼ਨਸ ਰਿਲੇਟਡ ਆਪਾਂ ਜਿਹੜਾ ਗੱਲ ਕਰ ਰਹੇ ਸੀ, ਉਹਦੇ ਇਹ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਨਾਲ ਸੰਬੰਧਿਤ ਹੀ ਆ। ਜੀ ਬਿਲਕੁਲ। ਸੋ ਇਲਨੈਸ ਦੇ ਵਿੱਚ ਬਿਲਟ ਇਨ 30 ਡੇਜ਼ ਦੀ ਵੇਟਿੰਗ ਆਉਂਦੀ ਹੀ ਆਉਂਦੀ ਆ। ਡਿਸੇਬਿਲਿਟੀ ਇਨ ਕੇਸ ਆਫ ਇੰਜਰੀ ਦੇ ਵਿੱਚ ਉਹ ਅਸੀਂ ਆਪਣੀ ਚੋਇਸ ਦੇ ਅਕੋਰਡਿੰਗ ਵੇਟਿੰਗ ਪੀਰੀਅਡ ਚੂਜ਼ ਕਰ ਸਕਦੇ ਹਾਂ ਜੀ। ਤੇ ਤੁਹਾਡੇ ਕੋਈ ਕਲੋਜ਼ਿੰਗ ਕਮੈਂਟਸ ਤੇ ਤੁਹਾਨੂੰ ਜੇ ਕੋਈ ਮਿਲਣਾ ਚਾਹਵੇ, ਤੁਹਾਡੇ ਨਾਲ ਗੱਲਬਾਤ ਕਰਨੀ ਚਾਹਵੇ, ਤਾਂ ਕਿਸ ਤਰੀਕੇ ਨਾਲ ਤੁਹਾਨੂੰ ਮਿਲਿਆ ਜਾ ਸਕਦਾ? ਬਿਲਕੁਲ ਜੀ। ਸੋ ਅਗਰ ਕਿਸੇ ਵੀ ਭੈਣ ਭਰਾ ਦਾ ਕੋਈ ਵੀ ਕੁਐਸਚਨ ਕੰਸਰਨ ਹੈਗਾ ਰਿਗਾਰਡਿੰਗ ਐਨੀ ਪਰਸਨਲ ਇੰਸ਼ੋਰੈਂਸ, ਤੁਸੀਂ ਆਪਣੀਆਂ ਪਾਲਿਸੀਜ਼ ਨੂੰ ਰਿਵਿਊ ਕਰਵਾਉਣਾ ਚਾਹੁੰਦੇ ਹੋ, ਤਾਂ 7 ਡੇਜ਼ ਆ ਵੀਕ ਮੈਂ ਆਫਿਸ 'ਚ ਅਵੇਲੇਬਲ ਹੁੰਦਾ। ਸੋਲ ਕਾਇੰਡ ਦਾ ਆਫਿਸ ਲੋਕੇਟਡ ਹੈਗਾ ਬਰੈਂਪਟਨ ਏਅਰਪੋਰਟ ਰੋਡ ਐਂਡ ਕੁਈਨ ਸਟਰੀਟ ਦੇ ਮੇਜਰ ਇੰਟਰਸੈਕਸ਼ਨ ਤੇ। ਨੰਬਰ ਇਜ਼ 416 624 9798 416 624 9798। ਥੈਂਕ ਯੂ ਸੋ ਮਚ ਜੀ। ਬਹੁਤ ਸ਼ੁਕਰੀਆ ਲਖਵੀਰ ਜੀ, ਤੁਸੀਂ ਸਮਾਂ ਕੱਢਿਆ ਤੇ ਸਾਡੇ ਨਾਲ ਇਹ ਜ਼ਰੂਰੀ ਗੱਲਾਂ ਜਿਹੜੀਆਂ ਸਾਂਝੀਆਂ ਕੀਤੀਆਂ। ਫਿਰ ਕਿਸੇ ਵਿਸ਼ੇ ਦੇ ਉੱਤੇ ਤੁਹਾਡੇ ਨਾਲ ਫਿਰ ਮੁਲਾਕਾਤ ਹੋਏਗੀ। ਅੱਜ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਥੈਂਕਸ ਫॉर ਹੈਵਿੰਗ ਮੀ।